श्री वाहिगुरु साहिब जी। सतगुर आयो शरण तुहारी, मिलै सुख नाम हर सोबा। चिंता लाहे हमारी, तू चौ सज्जन मैडिया देई सिस उतार। नैन महिंजे तरस दे कद पसी दीदार। नैन महिंजे तरस दे कद पसी दीदार। कहो टल गुर सेविया अहनस सहज सुभाए। दर्शन परसै गुरु कै जन्म मरण दुख जाए। दर्शन परसै गुरु कै जन्म मरण दुख जाए। सतनाम श्री वाहिगुरु साहिब जी। पाताला पाताल लख आगासा आगास। ओढ़क ओढ़क भाल थके वेद कहन एक बात। पाताला पाताल लख आगासा आगास। ओढ़क ओढ़क भाल थके वेद कहन एक बात। सहस 18 कहन कतेबा असलू एक धात। लिखा होए तां लिखिया लिखा होए विनाश। नानक वड्डा आखिया आपे जानै आप। लिखा होए तां लिखिया लिखा होए विनाश। नानक वड्डा आखिया आपे जानै आप। वाहिगुरु जी का खालसा वाहिगुरु जी की फतेह। सच्चे पातशाह गरीब नवाज पतित पावन भगत वत्सल किरपा दे दाते धन साहिब श्री गुरु ग्रंथ साहिब जी महाराज सतगुरु जी की बख्शिश रहमत सदका ਆਪਾਂ ਗੁਰਬਾਣੀ ਕਥਾ ਸੰਥਿਆ ਦੀ ਕਲਾਸ ਵਿੱਚ ਇਕੱਤਰ ਹੋਏ ਹਾਂ। ਤੇ ਭਾਈ ਸਾਹਿਬ ਜੀ ਨੇ ਦੱਸਿਆ ਸੀਗਾ ਟਾਈਮ ਦੀ ਤਬਦੀਲੀ ਤੁਹਾਡੇ ਕੋਲ ਹੋ ਚੁੱਕੀ ਹੋਊਗੀ ਤੇ 1 ਘੰਟਾ ਜਿਹੜਾ ਹੈ ਉਹ ਤੁਸੀਂ ਲੇਟ ਆਪਣੇ ਟਾਈਮ ਦੇ ਹਿਸਾਬ ਨਾਲ ਹੁਣ ਕਥਾ ਸੁਣ ਰਹੇ ਹੋਵੋਗੇ। ਗਿਆਨੀ ਜੀ ਗਿਆਨੀ ਜੀ ਟਾਈਮ ਅਗਲੇ ਹਫਤੇ ਤੋਂ ਚੇਂਜ ਹੋ ਜਾਣਾ ਜੀ, ਸ਼ਨੀਵਾਰ ਰਾਤ ਤੋਂ ਅਗਲੇ ਸ਼ਨੀਵਾਰ। ਇਸ ਹਫਤੇ ਅਜੇ ਨਹੀਂ ਹੋਇਆ? ਹਾਲੇ ਜੀ ਨਹੀਂ, ਹਾਲੇ ਨਹੀਂ ਹੋਇਆ ਜੀ, 1 ਹਫਤਾ ਹੋਰ ਹੈਗਾ। ਅੱਛਾ, ਤੁਸੀਂ ਮੈਨੂੰ ਫਿਰ ਭੁਲੇਖਾ ਲੱਗ ਗਿਆ ਕਿ ਸ਼ਾਇਦ ਇਸ ਹਫਤੇ ਹੋ ਗਿਆ। ਹਾਂਜੀ ਨਹੀਂ, ਦੂਸਰੇ ਤੇ ਮੈਂ ਉਹਦੀ ਜਾਣਕਾਰੀ ਹੋਰ ਆਪ ਨਾਲ ਸਾਂਝੀ ਕਰਨਾ ਚਾਹੁੰਦਾ ਸਾਰੀਆਂ ਸੰਗਤਾਂ ਨਾਲ। ਠੀਕ ਹੈ ਜੀ। ਤੇ ਕੱਲ ਆਰਡਰ ਆਏ ਸੀ ਤਖਤ ਸਾਹਿਬ ਤੋਂ ਦਫ਼ਤਰ ਵੱਲੋਂ ਟਾਈਮ ਦੀ ਚੇਂਜਸ ਦੇ ਕਥਾ ਦੇ।
ਉਹ ਕੇਵਲ 15 ਮਿੰਟ ਦਾ ਅਰਲੀ ਹੋਇਆ ਟਾਈਮ, ਜਿੱਦਾਂ 7:45 ਤੋਂ ਤੇ 8:45 ਤੱਕ ਕਥਾ ਜਿਹੜੀ ਆ ਹੋਇਆ ਕਰੇਗੀ। ਤੇ ਹੁਣ 8 ਤੋਂ 9 ਹੁੰਦੀ ਹੈ ਕਥਾ, ਤੇ ਪਰ ਫਿਰ ਵੀ ਸਮਾਪਤੀ ਕਰਦਿਆਂ ਕਈ ਵਾਰੀ ਪ੍ਰਕਰਨ ਦੇ ਹੁੰਦਿਆਂ ਮੈਨੂੰ ਫਿਰ 5-10 ਮਿੰਟ ਸੁਭਾਵਿਕ ਹੀ ਉੱਤੇ ਲੱਗ ਜਾਂਦੇ ਆ। ਤੇ ਠੀਕ ਹੈ ਜੀ। ਜਿਹੜੇ ਸਤਸੰਗੀ ਹੁੰਦੇ ਆ ਉਹ ਵੀ ਇੱਛਾ ਕਰਦੇ ਹੁੰਦੇ ਆ ਕਿ ਚਲੋ ਥੋੜੀ ਕਥਾ ਵੱਧ ਹੀ ਹੋ ਜਾਵੇ, ਪਰ ਮੈਂ ਫਿਰ ਵੀ ਆਪਣੀ ਇਸ ਕਥਾ ਸੰਥਿਆ ਦੀ ਕਲਾਸ ਨੂੰ ਧਿਆਨ 'ਚ ਰੱਖਦਿਆਂ ਤੇ 5 ਮਿੰਟ ਉੱਤੇ ਤੋਂ 10 ਮਿੰਟ ਉੱਤੇ ਤੋਂ ਜ਼ਰੂਰੀ ਸਮਾਪਤੀ ਕਰ ਦਿੰਦਾ। ਬਹੁਤ ਜ਼ਿਆਦਾ ਕੋਈ ਹੋਵੇ ਤਾਂ ਫਿਰ 15 ਮਿੰਟ, ਨਹੀਂ ਤੇ 5 ਤੋਂ 10 ਮਿੰਟ ਵਿੱਚ। ਤੇ ਆਪਾਂ ਫਿਰ ਮੈਂ ਹੋ ਸਕਦਾ 9 ਵਜੇ ਮੈਂ ਕਮਰੇ ਵਿੱਚ ਆ ਜਾਇਆ ਕਰਾਂ, ਤੇ ਫਿਰ ਆਪਾਂ ਜਿੱਦਾਂ 9:15 ਸ਼ੁਰੂ ਕਰ ਸਕਦੇ ਹਾਂ। 10 ਤਰੀਕ ਤੋਂ ਇਹ ਟਾਈਮ ਤਬਦੀਲ ਹੋ ਜਾਣਾ। ਜਿਹੜੀ 10 ਹੁਣ ਆਏਗੀ ਨਾ, ਅੱਜ ਇੱਥੇ 9 ਹੈ, ਤੇ ਫਿਰ 10 ਤਰੀਕ ਨੂੰ ਜਿਹੜੀ ਕਥਾ ਉਹ ਨਵੇਂ ਟਾਈਮ ਦੇ ਹਿਸਾਬ ਨਾਲ ਹੋਵੇਗੀ। ਤੇ ਤੁਸੀਂ ਆਪਣਾ 15 ਮਿੰਟ ਮੈਂ ਅਰਲੀ ਸੌਖਾ ਕਰ ਸਕਦਾ, ਫਿਰ ਆਪਾਂ ਐਡਜਸਟਮੈਂਟ ਕਰ ਲਾਂਗੇ। ਤੇ ਜੇ ਅੱਧਾ ਘੰਟਾ ਆਪਾਂ ਅਰਲੀ ਕਰ ਸਕਦੇ ਹੋਏ ਤੇ ਅੱਧਾ ਘੰਟਾ ਫਿਰ ਅਰਲੀ ਕਰ ਲਾਂਗੇ। ਯਾਨੀ ਜੀ ਟਾਈਮ ਫਿਰ ਅਸੀਂ ਆਪਣਾ ਅਗਲੇ ਸੋਮਵਾਰ ਤੋਂ ਹੀ ਚੇਂਜ ਕਰੀਏ, ਨਹੀਂ ਤੇ ਫਿਰ ਕਨਫਿਊਜ਼ਿੰਗ ਜਿਹਾ ਹੋ ਜਾਏਗਾ, ਕਿਉਂਕਿ ਜਿਹੜਾ ਟਾਈਮ ਇੱਥੇ ਹਾਂ ਹੁਣ ਜਿਹੜਾ ਚੱਲ ਰਿਹਾ ਤੁਹਾਡਾ ਅਗਲੇ ਐਤਵਾਰ ਤੱਕ ਇਹੋ ਹੀ ਚੱਲੀ ਜਾਵੇ, ਇਹ ਚੱਲੇਗਾ। ਹਾਂਜੀ ਹਾਂਜੀ। ਤੇ ਅਗਲੇ ਐਤਵਾਰ ਤੋਂ ਆਪਾਂ 15 ਮਿੰਟ ਅਰਲੀ ਕਰਨੇ ਆ ਜਾਂ ਅੱਧਾ ਘੰਟਾ ਅਰਲੀ ਕਰਨਾ, ਉਹ ਆਪਾਂ ਫਿਰ ਡਿਸੀਜਨ ਬਾਅਦ ਵਿੱਚ ਲੈ ਲਾਂਗੇ। ਉਹ ਸੰਗਤ ਨੂੰ ਅਸੀਂ ਸ਼ੁੱਕਰਵਾਰ ਦੱਸ ਦਾਂਗੇ, ਤੇ ਫਿਰ WhatsApp ਤੇ ਵੀ ਦੱਸ ਦਿਆਂਗੇ ਜੀ ਆਪਣਾ ਸਿਗਨਲ ਤੇ। ਠੀਕ ਹੈ। ਠੀਕ ਹੈ ਕਰਨ ਜੀ। ਤੇ ਆਪਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਸਤਿਗੁਰੂ ਦੀ ਅੱਜ ਦੀ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਆ, ਤੋਂ ਆਪਾਂ ਪਿਆਰ ਇਕਾਗਰਤਾ ਸਹਿਤ ਸਰਵਣ ਕਰੀਏ। 21 ਪੌੜੀਆਂ ਸੰਪੂਰਨ ਹੋਈਆਂ ਨੇ। ਸ੍ਰੀ ਜਪਜੀ ਸਾਹਿਬ ਜੀ ਦੀ 22ਵੀਂ ਪੌੜੀ ਦਾ ਆਪਾਂ ਜਿਹੜਾ ਹੈ ਉਹ ਜਾਪ ਸਰਵਣ ਕੀਤਾ ਹੈ। ਤੇ ਜਿੱਦਾਂ ਜਿੱਦਾਂ ਬਚਨ ਚੇਤੇ ਆਉਂਦੇ ਆ ਉਵੇਂ ਮੈਂ ਤੁਹਾਨੂੰ ਜਿੱਦਾਂ ਸਾਂਝ ਪਾਈ ਜਾਵਾਂਗਾ। ਜਦੋਂ ਆਪਾਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਸ਼ੁਰੂਆਤ ਕਰਦੇ ਹਾਂ, ਤੇ ਗੁਟਕਾ ਸਾਹਿਬਾਂ ਦੇ ਉੱਪਰ ਲਿਖਿਆ ਹੁੰਦਾ ਹੈ ਸ੍ਰੀ ਜਪਜੀ ਸਾਹਿਬ, ਤੇ ਫਿਰ ਆਰੰਭ ਹੁੰਦੀ ਹੈ ਬਾਣੀ। ਤੇ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਇਵੇਂ ਹੀ ਆਰੰਭ ਕਰਦੇ ਆ, ਸ੍ਰੀ ਜਪਜੀ ਸਾਹਿਬ ਇੱਕ ਓੰਕਾਰ ਸਤਿਨਾਮ, ਇੱਦਾਂ ਫਿਰ ਅੱਗੇ ਹੈਡਿੰਗ ਮਤਲਬ ਕਿ ਪੜ੍ਹਦੇ ਆ। ਹੈਡਿੰਗ ਪੜ੍ਹ ਲੈਣਾ ਕੋਈ ਨੁਕਸਾਨ ਨਹੀਂ ਹੈ, ਪਰ ਜਿਹੜੀ ਕੋਈ ਪੜ੍ਹੇ ਲਿਖੇ ਦੇ ਭਾਵ ਸੰਥਿਆ ਕੀਤੇ ਹੋਏ ਦੇ ਜਿਹੜੇ ਚਿੰਨ੍ਹ ਕੁਝ ਨਿਸ਼ਾਨੀਆਂ ਹੁੰਦੀਆਂ, ਉਹ ਜਿਹੜੇ ਆ ਜਾਣਕਾਰ ਸਮਝ ਲੈਂਦੇ ਆ ਵੀ ਇਹਨਾਂ ਨੇ ਸੰਥਿਆ ਕੀਤੀ ਹੈ ਜਾਂ ਨਹੀਂ ਕੀਤੀ। ਤੇ ਉਹਦੇ ਮੈਂ ਜਾਣਕਾਰੀ ਵਾਸਤੇ ਤੁਹਾਨੂੰ ਦੱਸਣ ਲੱਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿੱਚ ਹੈਡਿੰਗ ਇਹ ਨਹੀਂ ਲਿਖਿਆ ਗਾ। ਪੁਰਾਤਨ ਸਰੂਪਾਂ 'ਚ ਜਪ ਨਿਸ਼ਾਨ ਲਿਖਿਆ। ਬਾਣੀ ਦਾ ਨਾਮ ਹੈ ਜਪ ਜੀ, ਆਪਾਂ ਸਤਿਕਾਰ ਨਾਲ ਕਹਿੰਦੇ ਆ। ਸ਼੍ਰੀ ਵੀ ਮੂਹਰੇ ਸਤਿਕਾਰ ਨਾਲ ਲਾਈਦਾ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ ਕਹਿੰਦੇ ਆ, ਤੇ ਉੱਥੇ ਕੰਨਾ ਲੱਗਦਾ, ਜਾਪ ਸਾਹਿਬ ਨੂੰ ਕੰਨਾ ਲੱਗਦਾ, ਇੱਥੇ ਜਪ ਹੈ, ਇਹਦਾ ਨਾਮ ਬਾਣੀ ਦਾ ਜਪ ਹੈ, ਜਪ ਨਿਸ਼ਾਨ। ਤੇ ਆਰੰਭਤਾ ਹੁੰਦੀ ਹੈ ਇੱਕ ਓੰਕਾਰ ਤੋਂ ਹੀ। ਤੇ ਜਿਨ੍ਹਾਂ ਨੇ ਸੰਥਿਆ ਕੀਤੀ ਹੁੰਦੀ ਹੈ ਉਹ ਵਾਹਿਗੁਰੂ ਮੰਗਲ ਕਹਿ ਕੇ ਜਾਂ ਸਤਨਾਮ ਵਾਹਿਗੁਰੂ ਕਹਿ ਕੇ, ਮੰਗਲ ਕਹਿ ਕੇ ਸਿੱਧਾ ਜਿਵੇਂ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਏਦਾਂ ਸ਼ੁਰੂ ਕਰਦੇ ਆ ਬਾਣੀ ਦਾ ਸ਼ੁਰੂਆਤ। ਤੇ ਜਿਹੜਾ ਉੱਤੇ ਹੈਡਿੰਗ ਵਾ ਉਹ ਬਾਣੀ ਦਾ ਨਾਮ ਹੈ। ਜੇ ਲਿਆ ਵੀ ਜਾਵੇ ਤੇ ਕੋਈ ਵੱਡੀ ਇਤਰਾਜ਼ ਵਾਲੀ ਗੱਲ ਨਹੀਂ ਹੈ, ਕਿਤੇ ਮਨ 'ਚ ਸ਼ੰਕਾ ਨਾ ਸਮਝ ਲੈਣਾ। ਪਰ ਜਿਨ੍ਹਾਂ ਨੇ ਸੰਥਿਆ ਕੀਤੀ ਹੁੰਦੀ ਹੈ ਉਹ, ਜਿਵੇਂ ਅਸੀਂ ਆਪਦੇ ਵੱਡਿਆਂ ਨੂੰ ਵੇਖਦੇ ਆਏ ਹਾਂ ਤੇ ਸੰਗਤ ਵਿੱਚ ਵੇਖਦੇ ਆਏ ਹਾਂ, ਤੇ ਉਹ ਇਵੇਂ ਹੀ ਬਾਣੀ ਦੀ ਸ਼ੁਰੂਆਤ ਆਰੰਭਤਾ ਜਿਹੜੀ ਆ ਉਹ ਕਰਦੇ ਆ। ਤੋ ਇਹ ਗੱਲ ਮੇਰੇ ਧਿਆਨ 'ਚ ਆਈ, ਇਸ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਬਾਣੀ ਦਾ ਨਾਮ ਜਿਹੜਾ ਨਾ ਉਹ ਜਪ ਹੈ ਜੀ, ਆਪਾਂ ਸਤਿਕਾਰ ਨਾਲ ਕਹਿੰਦੇ ਆ। ਤੇ ਜਦੋਂ ਨਾਮ ਲਈਏ ਤੇ
ਜਪਜੀ ਸਾਹਿਬ ਹੀ ਜਿਹਦਾ ਅੱਜ ਪ੍ਰਚਲਿਤ ਨਾਮ ਹੈ। ਪੁਰਾਤਨ ਗੁਰਸਿੱਖ ਜਪ ਨਿਸ਼ਾਨ ਵੀ ਕਿਹਾ ਕਰਦੇ ਸੀ, ਜਪ ਸਾਹਿਬ ਦੀ ਬਾਣੀ ਵੀ ਕਿਹਾ ਕਰਦੇ ਆ। ਜਾਪ ਸਾਹਿਬ ਅਗਲੀ ਬਾਣੀ ਹੈ, ਇਹਨੂੰ ਜਪ ਸਾਹਿਬ ਵੀ ਕਹਿ ਦਿੰਦੇ ਆ, ਜਪ ਸਾਹਿਬ ਜੀ ਦਾ ਪਾਠ। ਹਾਂਜੀ, ਇਸ ਤਰ੍ਹਾਂ ਵੀ। ਤੇ ਮੁੜ ਕੇ ਜੇ ਨਾ ਸੁਣਿਆ ਹੋਵੇ, ਜਾਣਕਾਰੀ ਨਾ ਹੋਵੇ, ਤੇ ਫਿਰ ਕਈ ਵਾਰੀ ਸਰੋਤੇ ਭੁਲੇਖੇ 'ਚ ਪੈ ਜਾਂਦੇ ਆ ਕਿ ਪਤਾ ਨਹੀਂ ਕਿਹੜੀ ਬਾਣੀ ਦਾ ਨਾਮ ਲੈ ਰਹੇ, ਮੈਂ ਤੇ ਜਪਜੀ ਸਾਹਿਬ ਸੁਣਿਆ ਸੀ ਤੇ ਜਪ ਸਾਹਿਬ ਕਿਹੜੀ ਬਾਣੀ ਹੈ। ਜਪ ਸਾਹਿਬ ਜਪਜੀ ਸਾਹਿਬ ਹੀ ਹੈ। ਤੋ ਇਸ ਤਰ੍ਹਾਂ ਇਹ ਜਿਹੜਾ ਨਾ ਥੋੜਾ ਜਿਹਾ ਭੇਦ ਤੁਸੀਂ ਸਮਝ ਲੈਣਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ 22ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਪਹਿਲਾਂ ਆਪਾਂ ਪਾਠਾਂ ਦਾ ਉਚਾਰਨ ਤੇ ਵਿਸ਼ਰਾਮ ਜਿਹੜੇ ਆ ਉਹ ਵੇਖ ਲਈਏ। ਪਾਤਾਲਾ ਪਾਤਾਲ ਲੱਖ, ਇੱਥੇ ਵਿਸ਼ਰਾਮ ਲੱਗਦਾ, ਤੇ ਪੱਪੇ ਨੂੰ ਕੰਨਾ, ਤੱਤੇ ਨੂੰ ਕੰਨਾ, ਇਹ ਪੂਰਾ ਲਾਉਣਾ। ਪਾਤਾਲਾ ਪਾਤਾਲ, ਇਹ ਪੂਰੇ ਬੋਲਣੇ। ਪਾਤਾਲਾ ਪਾਤਾਲ ਲੱਖ, ਇੱਥੇ ਲੱਖ ਦੇ ਉੱਤੇ ਵਿਸ਼ਰਾਮ ਦੇਣਾ। ਪਹਿਲੋਂ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਸ ਤਰ੍ਹਾਂ ਨਹੀਂ ਬੋਲਣਾ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਗੱਗੇ ਨਾਲ ਆਕਾਸ਼ਾਂ ਆਕਾਸ਼ ਨਹੀਂ ਬੋਲਣਾ, ਭਾਵੇਂ ਕਿ ਹੈ ਆਕਾਸ਼ ਦਾ ਹੀ ਇਹ ਅਰਥ ਹੈ, ਪਰ ਮਹਾਰਾਜ ਜੀ ਨੇ ਗੱਗੇ ਨਾਲ ਲਿਖਿਆ ਤੇ ਕੰਨਾ ਬੋਲਣਾ ਜ਼ਰੂਰ। ਆਗਾਸਾ ਆਗਾਸ, ਕੰਨਾ ਦੀਰਘ ਮਾਤਰਾ ਹੈ, ਇਸ ਕਰਕੇ ਇਹਨੂੰ ਕਦੇ ਨਹੀਂ ਵਿਸਾਰਨਾ। ਓੜਕ ਓੜਕ ਭਾਲ ਥੱਕੇ, ਊੜਾ ਉਤੋਂ ਖੁੱਲਾ, ਇਹ ਹੋੜਾ ਹੁੰਦਾ, ਊੜੇ ਨੂੰ ਹੋੜਾ ਹੁੰਦਾ, ਇਹ ਹੋੜਾ ਸਮਝਣਾ ਊੜੇ ਨੂੰ। ਓੜਕ ਓੜਕ, ਉੜਕ ਉੜਕ ਜਾਂ ਓੜਕ ਓੜਕ ਪੋਲਾ ਨਹੀਂ, ਓੜਕ ਓੜਕ, ਕਿਉਂਕਿ ਇਹ ਵੀ ਹੋੜਾ ਵੀ ਲੰਬੀ ਮਾਤਰਾ। ਓੜਕ ਓੜਕ ਭਾਲ ਥੱਕੇ, ਇੱਥੇ ਵਿਸ਼ਰਾਮ। ਵੇਦ ਕਹਿਨ ਇੱਕ ਵਾਤ, ਸਹਿਸ 18 ਹੈ, ਸਹਿਸ 18 ਨਹੀਂ 18 ਹੈ, ਹਾਹਾ ਲਾਉਣਾ ਨਾਲ, 18 ਹੈ, ਸਹਿਸ 18 ਹੈ, ਸਹਿਸ 18 ਹੈ। ਕਹਿਨ ਕਤੇਬਾ, ਅਸਲੂ ਇੱਕ ਧਾਤ, ਅਸਲੂ ਅਦਕ ਲਾ ਕੇ ਨਹੀਂ ਪਾਠ ਕਰਨਾ, ਅਸਲੂ ਇੱਕ ਧਾਤ, ਔਂਕੜ ਲਾਉਣਾ, ਬਿੰਦੀ ਨਾਲ ਪਾਠ ਨਹੀਂ ਕਰਨਾ। ਧਾਤ, ਲੇਖਾ ਹੋਏ ਤਾਂ ਲਿਖੀ ਹੈ, ਵਿਸ਼ਰਾਮ। ਲਿਖੀਏ ਨਹੀਂ ਲਿਖੀ ਹੈ, ਐੜੇ ਦਲਾਵਾਂ। ਲੇਖਾ ਹੋਏ ਵਿਨਾਸ਼, ਸੱਸੇ ਔਂਕੜ, ਵਿਨਾਸ਼ ਨਾਣੇ ਨਾ, ਵਿਨਾਸ਼ ਨੰਨੇ ਨਾਨੀ, ਵਿਨਾਸ਼, ਵਾਵੇ ਨੂੰ ਸਿਹਾਰੀ ਵੀ ਲਾਉਣੀ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਇਉਂ ਪਾਠਾਂ ਦਾ ਉਚਾਰਨ ਤੇ ਵਿਸ਼ਰਾਮ ਜਿਹੜੇ ਆ ਉਹ ਲਾ ਕੇ ਜਦੋਂ ਬਾਣੀ ਦਾ ਸ਼ੁੱਧ ਉਚਾਰਨ ਕਰੀਏ, ਫਿਰ ਅਰਥ ਭਾਵ ਜਿਹੜੇ ਆ ਉਹ ਸਮਝ ਪੈਂਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਸਿੱਧਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ, ਕਈ ਲੋਕ ਕਹਿੰਦੇ ਆ ਕਿ, ਅਤੇ ਕੁਰਾਨ ਸ਼ਰੀਫ ਵਿੱਚ ਵੀ ਜਿਸ ਤਰ੍ਹਾਂ ਲਿਖਿਆ 14 ਤਬਕ ਦੱਸਦੇ ਆ, ਤੇ ਕਈ ਇਉਂ ਕਹਿੰਦੇ ਆ ਵੀ 3 ਲੋਕ ਹੁੰਦੇ ਆ, ਪਤਾਲ ਲੋਕ ਹੈ, ਆਕਾਸ਼ ਲੋਕ ਹੈ, ਮਾਤ ਲੋਕ ਹੈ। ਤੇ ਆਪ ਜੀ ਕਿਰਪਾ ਕਰਕੇ ਦੱਸੋ ਕਿ ਕਿੰਨੇ ਕੁ ਹਨ। ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਸਿੱਧਾਂ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਆਖਿਆ, ਪਾਤਾਲਾਂ ਪਾਤਾਲ ਲੱਖ, ਇਸ 2 ਪਤਾਲਾਂ ਦੇ ਥੱਲੇ ਲੱਖਾਂ ਹੀ ਪਤਾਲ ਹਨ। ਆਗਾਸਾ ਆਗਾਸ, ਤੇ ਆਕਾਸ਼ਾਂ ਦੇ ਉੱਪਰ ਲੱਖਾਂ ਹੀ ਭਾਵ ਬੇਅੰਤ ਹੀ ਆਕਾਸ਼ ਹਨ ਜੋ ਪਰਮੇਸ਼ਰ ਦੇ ਰਚੇ ਹੋਏ ਨੇ। ਲੱਖ ਅੱਖਰ ਦੇਹਲੀ ਦੀਪਕ ਹੈ। ਦੇਹਲੀ ਦੀਪਕ ਪਹਿਲੀ ਵਾਰੀ ਆਇਆ ਤੇ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ। ਦੇਹਲੀ ਦਾ ਮਤਲਬ ਹੁੰਦਾ ਦਹਲੀਜ। ਦਹਲੀਜ ਦੇ ਉੱਤੇ ਰੱਖਿਆ ਹੋਇਆ ਦੀਪਕ, ਜਿਹੜਾ ਦੀਵਾ ਹੈ ਨਾ, ਉਹ ਅੰਦਰ ਵੀ ਚਾਨਣ ਕਰਦਾ ਹੈ ਤੇ ਬਾਹਰ ਵੀ ਚਾਨਣ ਕਰਦਾ। ਭਾਵ ਜਿਹੜਾ ਲੱਖ ਸ਼ਬਦ ਹੈ ਨਾ, ਜੇ ਵਿਸ਼ਰਾਮ ਇਹ ਤੋਂ ਪਹਿਲਾਂ ਵੀ ਲੱਗ ਜੇ, ਪਰ ਲਾਇਆ ਹੋਇਆ ਵਿਸ਼ਰਾਮ ਜਿਹੜਾ ਹੈ ਉਹ ਲੱਖ ਤੇ ਆ ਚਾਲ ਨਾਲ ਵੀ, ਪਰ ਜੇ ਲੱਖ ਤੋਂ ਪਹਿਲਾਂ ਵਿਸ਼ਰਾਮ ਲੱਗ ਗਿਆ ਤੇ ਤਾਂ ਵੀ ਅਰਥ ਜਿਹੜਾ ਨਾ ਉਹ ਬਦਲੇਗਾ ਨਹੀਂ, ਕਿਉਂਕਿ ਫਿਰ ਜਿਹੜੇ ਆਕਾਸ਼ ਨੇ ਉਹਨਾਂ ਦੀ ਗਿਣਤੀ ਦਾ ਵਾਚਕ ਲੱਖ ਉਧਰ ਨੂੰ ਵੀ ਲੱਗਦਾ ਤੇ ਲੱਖ ਇੱਧਰ ਨੂੰ ਵੀ ਲੱਗਦਾ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ,
ਪਰ ਚਾਲ ਨਾਲ ਇਵੇਂ ਪੜੀਦਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਜਿਹੜਾ ਇਹ ਲੱਖ ਸ਼ਬਦ ਹੈ ਨਾ, ਇਹ ਦਿਲ ਹੀ ਦੀਪਕ ਵਾਂਗੂ ਸਮਝ ਲੈਣਾ ਕਿ ਦੋਵੇਂ ਪਾਸੇ ਜਿਹੜਾ ਹੈ ਨਾ, ਜਿਹੜਾ ਉਹ ਲੱਗ ਸਕਦਾ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਲੱਖ ਕਹਿਣਾ ਵੀ ਇਹ ਹੈ ਕਿ ਉਹ ਗਿਣਤੀ ਵਿੱਚ ਆ ਜਾਂਦਾ ਹੈ ਜਿਹੜਾ, ਪਰ ਉਹ ਹੈ ਬੇਅੰਤ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਅਗਲੀ ਪੰਕਤੀ ਵਿੱਚ ਜਿਹੜਾ ਉਹ ਸਿੱਧ ਕੀਤਾ, ਓੜਕ ਓੜਕ ਭਾਲ ਥੱਕੇ, ਅਖੀਰ ਅੰਤ ਸਿਰਾ ਪਤਾਲਾਂ ਤੇ ਆਕਾਸ਼ਾਂ ਦਾ ਭਾਲਦੇ ਲੱਭਦੇ ਹੋਏ ਓੜਕ ਨੂੰ ਅੰਤ ਨੂੰ ਸਾਰੇ ਥੱਕ ਗਏ ਆ, ਹੰਭ ਗਏ ਆ, ਭਾਵ ਅੰਤ ਨਹੀਂ ਪਾ ਸਕੇ। ਪਤਾਲੀ ਜੀਵ, ਜਿਹੜੇ ਪਤਾਲੀ ਜੀਵ ਹਨ, ਉਹਨਾਂ ਦਾ ਜਿਹੜਾ ਹੈ ਅਖੀਰ ਭਾਵ ਓੜਕ, ਆਕਾਸ਼ੀ ਜੀਵਾਂ ਦਾ ਓੜਕ ਅੰਤ ਨਹੀਂ ਹੈ ਕਿ ਪਤਾਲ 'ਚ ਕਿੰਨੇ ਕੁ ਜੀਵ ਨੇ, ਉਹਨਾਂ ਦਾ ਕੋਈ ਅੰਤ ਹੈ। ਆਕਾਸ਼ ਵਿੱਚ ਸੂਖਸ਼ਮ ਜੀਵ ਕਿੰਨੇ ਆ, ਉਹਨਾਂ ਦਾ ਕੋਈ ਅੰਤ ਹੈ। ਖੋਜਣ ਵਾਲੇ ਤੇ ਚਾਰ ਵੇਦ ਵਿਚਾਰਨ ਵਾਲੇ ਵੀ, ਕਿਉਂਕਿ ਵੇਦ ਕਹਿਣ ਇੱਕ ਬਾਤ, ਅਖੀਰ ਥੱਕ ਕੇ ਇੱਕ ਬਾਤ ਮੂੰਹੋਂ ਇੱਕੋ ਹੀ ਗੱਲ ਕਹਿੰਦੇ ਹਨ, ਬੇਅੰਤ 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 ਹੈ। ਨੇਤ ਨੇਤ ਕਥੰਤ ਬੇਦਾ, ਪਰ ਅੰਤ ਨਹੀਂ ਪਾ ਸਕਦੇ ਉਹ ਪਰਮੇਸ਼ਰ ਦੀ ਬੇਅੰਤਤਾਈ ਦਾ। ਓੜਕ ਓੜਕ ਭਾਲ ਥੱਕੇ, ਓੜਕ ਓੜਕ ਲੱਭ ਲੱਭ ਕੇ, ਓੜਕ ਓੜਕ ਵੇਖ ਵੇਖ ਕਰਕੇ ਜਿਹੜਾ ਹੈ ਅੰਤ ਨਹੀਂ ਪਾ ਸਕੇ। ਸੱਚੇ ਪਾਤਸ਼ਾਹ ਕਹਿੰਦੇ ਓੜਕ ਅਖੀਰ ਨਹੀਂ ਪਾ ਸਕੇ, ਓੜਕ ਅੰਤ ਨਹੀਂ ਪਾ ਸਕੇ, ਤੇ ਭਾਲਦੇ ਹੋਏ ਥੱਕ ਗਏ ਆ। ਜਿਨ੍ਹਾਂ ਨੂੰ ਵੇਦ ਵੀ ਜਿਹੜੀ ਹੈ ਇੱਕ ਬਾਤ ਭਾਵ ਮੂੰਹੋਂ ਇੱਕ ਗੱਲ ਕਹਿੰਦੇ ਹਨ। ਕੀ ਕਹਿੰਦੇ ਹੈ ਵੇਦ? ਬੇਅੰਤ ਕਹਿੰਦੇ ਆ, ਅਨੰਤ ਕਹਿੰਦੇ ਉਸ ਪਰਮੇਸ਼ਰ ਨੂੰ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੰਕਤੀ ਦੀ ਗਵਾਹੀ ਆਪਣੀ ਵਾਰ ਵਿੱਚ ਭਰੀ ਹੈ, ਭਾਈ ਗੁਰਦਾਸ ਸਾਹਿਬ ਜੀ ਨੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਗਦਾਦ ਫੇਰੀ ਦਾ ਭਾਈ ਸਾਹਿਬ ਜੀ ਨੇ ਆਪਣੀ ਵਾਰ ਵਿੱਚ ਜ਼ਿਕਰ ਕੀਤਾ ਨਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਦੇ ਅੰਦਰ ਜ਼ਿਕਰ ਕੀਤਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਗਦਾਦ ਫੇਰੀ ਦਾ। ਤੇ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਬਗਦਾਦ ਗਏ ਆ, ਤੇ ਉੱਥੇ ਸਤਿਗੁਰੂ ਜੀ ਨੇ ਜਾ ਕੇ ਕੀਰਤਨ ਕੀਤਾ। ਤੇ ਕੀਰਤਨ ਜਿਹੜਾ ਹੈ ਉਹ ਇਸਲਾਮ ਦੇ ਵਿੱਚ ਸ਼ਰਅ ਦੇ ਉਲਟ ਸਮਝਿਆ ਜਾਂਦਾ। ਤੇ ਜਿਹੜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਭ ਤੋਂ ਵੱਧ ਗਵਈਏ ਜਿਹੜੇ ਆ ਨਾ ਰਾਗਾਂ ਦੇ, ਉਹ ਮੁਸਲਮਾਨਾਂ 'ਚ ਹੀ ਹੁੰਦੇ ਆ। ਤੇ ਇਹ ਫਿਰ ਕਿਉਂ? ਕਿਉਂਕਿ ਜਿਹੜੀ ਚੀਜ਼ ਨੂੰ ਜਿੱਥੇ ਜ਼ਿਆਦਾ ਦਬਾਇਆ ਜਾਂਦਾ ਨਾ, ਉਨੀ ਜ਼ਿਆਦਾ ਉਹ ਵੱਧਦੀ ਹੈ। ਇਸਲਾਮ ਦੇ ਵਿੱਚ ਰਾਗ ਦੀ ਮਨਾਹੀ ਹੈ। ਉਹ ਇਹ ਸਮਝਦੇ ਆ ਕਿ ਜਿਹੜਾ ਰਾਗ ਹੈ ਨਾ, ਇਹ ਵਕਾਰ ਪੈਦਾ ਕਰਦਾ ਹੈ, ਚੰਚਲ ਕਰਦਾ ਮਨ ਨੂੰ। ਇਸ ਕਰਕੇ ਉਹਨਾਂ ਨੇ ਸ਼ਰਅ ਚੋਂ ਹੀ ਇਹਨੂੰ ਕੱਢ ਦਿੱਤਾ ਕਿ ਰਾਗ ਗਾਉਣਾ ਸ਼ਰਅ ਤੋੜਨੀ ਹੈ। ਤੇ ਜਦੋਂ ਬਗਦਾਦ ਵਿੱਚ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਉੱਥੇ ਅਸਥਾਨ ਵੀ ਹੈ, ਉੱਥੇ ਜਿਹੜੇ ਸਿੱਖ ਕੋਈ ਜਾਂਦੇ ਆ ਆਪਣੇ ਕਿਰਤ ਕਰਨ ਵਾਸਤੇ, ਤੇ ਉੱਥੇ ਸੇਵਾ ਕਰਦੇ ਆ। ਤੇ ਉਹਨਾਂ ਦੇ ਮੁਖ ਤੋਂ ਹੀ ਮੈਂ ਸੁਣਿਆ, ਗੁਰੂ ਸਾਹਿਬ ਦੇ ਅਸਥਾਨ ਬਾਰੇ ਮੈਂ ਦਰਸ਼ਨ ਆਪ ਨਹੀਂ ਕੀਤੇ, ਤੇ ਪਰ ਦੱਸਦੇ ਆ ਕਿ ਲੰਗਰ ਵੀ ਸੋਹਣਾ ਚੱਲਦਾ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਤੇ ਮਹਾਰਾਜ ਸਾਹਿਬ ਜੀ ਦੀ ਉਹ ਯਾਦਗਾਰ ਕਾਇਮ ਹੈ। ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਹਵਾਲਾ ਦਿੱਤਾ ਕਿ ਬਾਹਰ ਜਾਏ ਕੀਆ ਅਸਥਾਨ, ਬਾਹਰ ਜਾ ਕੇ ਮਹਾਰਾਜ ਜੀ ਨੇ ਅਸਥਾਨ ਜਿਹੜਾ ਸੀ ਨਾ, ਉੱਥੇ ਮਹਾਰਾਜ ਜੀ ਨੇ ਬੈਠਣਾ ਕੀਤਾ। ਉਹ ਉੱਚੀ ਠੇਰੀ ਦਾ, ਉੱਚੀ ਪਹਾੜੀ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗਏ ਆ, ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਕੀਰਤਨ ਭਾਈ ਮਰਦਾਨਾ ਜੀ ਤੋਂ ਕਰਵਾਇਆ ਸੱਚੇ ਪਾਤਸ਼ਾਹ ਜੀ ਨੇ। ਤੇ ਇਹ ਫਿਰ ਪੰਕਤੀਆਂ ਜਿਹੜੀਆਂ ਸੀ ਨਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਮਹਾਰਾਜ ਸਾਹਿਬ ਜੀ ਨੇ ਉੱਥੇ ਪੌੜੀ ਦਾ ਕੀਰਤਨ ਜਿਹੜਾ ਕਰਾਇਆ। ਉਹ ਦਸਤਗੀਰ ਪੀਰ ਦੇ ਚੇਲੇ, ਉੱਥੇ ਦਸਤਗੀਰ ਪੀਰ ਦੀ ਗੱਦੀ ਚੱਲਦੀ ਸੀ, ਤੇ ਦਸਤਗੀਰ ਪੀਰ ਦੇ ਜਿਹੜੇ ਚੇਲੇ ਸੀ ਨਾ, ਉਹਨਾਂ ਨੇ ਇੱਕ ਤਾਂ ਜਦੋਂ ਰਾਗ ਗਾਉਂਦਿਆਂ ਸੁਣਿਆ, ਦੂਸਰਾ ਸ਼ਰਅ ਤੋਂ ਕਹਿੰਦੇ ਉਲਟ ਬੋਲ ਰਹੇ ਆ ਕਿ ਜਦੋਂ ਕਿ 7 ਪਤਾਲ ਤੇ 7 ਹੀ ਆਕਾਸ਼ 14 ਤਬਕ ਕਹੇ ਆ,
ਤੇ ਇਹ ਲੱਖਾਂ ਹੀ ਦੱਸੀ ਜਾਂਦੇ ਆ। ਇਹ ਸਾਡੇ ਧਰਮ ਤੋਂ ਉਲਟ ਬੋਲ ਰਹੇ ਆ। ਦੇਖੋ, ਅੱਜ ਵੀ ਤੁਸੀਂ ਜਾਣਦੇ ਹੋ ਕਿ ਇਸਲਾਮਿਕ ਦੇਸ਼ਾਂ ਵਿੱਚ ਉਸ ਤਰ੍ਹਾਂ ਵੀ ਕੋਈ ਚੋਰੀ ਕਰਦਾ ਫੜਿਆ ਜਾਂ ਹੱਥ ਵੱਢ ਦਿੰਦੇ ਆ। ਅੱਜ ਵੀ ਸ਼ਰੇਆਮ ਚੌਂਕਾਂ 'ਚ ਗਲੇ ਕੱਟਣ ਦਾ ਕਾਨੂੰਨ ਅੱਜ ਵੀ ਉੱਥੇ ਹੈ। ਜਿੰਨੇ ਇਹ ਅਰਬ ਕੰਟਰੀ ਹਨ, ਇਸਲਾਮਿਕ ਦੇਸ਼ ਹਨ, ਅੱਜ ਵੀ ਇਹੋ ਜਿਹਾ ਕਾਨੂੰਨ ਹੈ ਉੱਥੇ। ਤੇ ਸ਼੍ਰੀ ਗੁਰੂ ਜੀ ਜਦੋਂ ਗਏ ਹੋਣਗੇ ਤੇ ਉਸ ਸਮੇਂ ਦੀ ਗੱਲ, ਦਸਤਗੀਰ ਪੀਰ ਜਿਹੜਾ ਉੱਥੋਂ ਦਾ, ਉਹਨੂੰ ਜਾ ਕਰਕੇ ਉਹਨਾਂ ਨੇ ਕਿਹਾ ਕਿ ਪੀਰ ਜੀ, ਜਿਹੜਾ ਬਗਦਾਦ ਹੈ ਇਹ ਮੁਸਲਮਾਨਾਂ ਦਾ ਗੜ੍ਹ ਹੈ, ਜੇ ਇੱਥੇ ਕੋਈ ਸ਼ਰ੍ਹਾ ਤੋੜ ਦੇਗਾ ਤੇ ਫਿਰ ਸਾਡੀ ਸ਼ਰ੍ਹਾ ਨਿਭੇਗੀ ਕਿੱਥੇ? ਉਹਨੇ ਕਿਹਾ ਵੀ ਕੀ ਗੱਲ ਹੈ? ਉਹਨੇ ਦੱਸਿਆ ਵੀ ਬਾਹਰ ਮਹਾਰਾਜ ਵਾਸਤੇ ਕਾਫਰ ਸ਼ਬਦ ਉਹਨਾਂ ਨੇ ਵਰਤਿਆ ਕਿ 2 ਜਣੇ ਆਏ ਆ ਤੇ ਉਹ ਜਿਹੜਾ ਹੈ ਉਹ ਉਹਨਾਂ ਨੇ ਰਾਗ ਅਲਾਪਿਆ, ਸ਼ਰ੍ਹਾ ਤੋੜੀ ਹੈ। ਕੇਵਲ ਇਹ ਨਹੀਂ, ਉਹ ਤਾਂ ਸਾਡੇ ਇਸਲਾਮ ਧਰਮ ਤੋਂ ਉਲਟ ਕਹਿ ਰਹੇ ਕਿ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਨੇ। ਜਦੋਂ ਦਸਤਗੀਰ ਪੀਰ ਨੇ ਸੁਣਿਆ ਉਹ ਫਿਰ ਬੜਾ ਹੈਰਾਨ ਹੋਇਆ। ਉਹਨੇ ਫਿਰ ਸਾਰੇ ਮੁਸਲਮਾਨਾਂ ਨੂੰ, ਜਿੰਨੇ ਕੁ ਸੀਗੇ ਉੱਥੇ, ਆਗਿਆ ਕੀਤੀ ਵੀ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤੇ ਸਾਰੇ ਮੁਸਲਮਾਨ ਬਗਦਾਦ ਨਗਰੀ ਦੇ ਜਿਹੜੇ ਸੀ ਉਹ ਹੱਥਾਂ ਵਿੱਚ ਇੱਟਾਂ, ਰੋੜੇ, ਪੱਥਰ ਫੜ ਕਰਕੇ ਤੇ ਸ਼੍ਰੀ ਗੁਰੂ ਜੀ ਨੂੰ ਮਾਰਨ ਵਾਸਤੇ ਬਾਹਰ ਆ ਗਿਆ। ਹਜੂਮ ਬਹੁਤ ਵੱਡਾ, ਦਸਤਗੀਰ ਪੀਰ ਨਾਲ ਹੈ। ਤੇ ਜਦੋਂ ਇਹ ਮਾਰਨ ਲੱਗੇ ਆ, ਸਤਿਗੁਰੂ ਜੀ ਨੂੰ ਲਾਗੇ ਆ ਗਏ ਤੇ ਪੱਥਰਾਂ, ਜਦੋਂ ਭਾਈ ਮਰਦਾਨਾ ਜੀ ਨੇ ਵੇਖਿਆ ਏਡਾ ਹਜੂਮ ਅੱਲਾਹੂ ਅਕਬਰ ਕਰਦਾ ਆਉਂਦਾ ਤੇ ਮਾਰ ਦੇਣਗੇ ਹੁਣ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮਾਰਨ ਨੂੰ ਆਉਂਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਕੋਈ ਨਹੀਂ, ਕਰਤਾਰ ਨੂੰ ਚੇਤੇ ਕਰ, ਕਰਤਾਰ ਭਲੀ ਕਰੇਗਾ। ਜਦੋਂ ਉਹਨਾਂ ਨੇ ਆਪਣੇ ਹੱਥਾਂ ਵਿੱਚ ਫੜੇ ਹੋਏ ਪੱਥਰ ਸ਼੍ਰੀ ਗੁਰੂ ਜੀ ਨੂੰ ਮਾਰਨ ਲਈ ਚੱਕੇ ਨਾ, ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਹੈ, ਦਿੱਤੀ ਬਾਂਗ ਨਵਾਜ ਕਰ, ਸੁਨ ਸਮਾਨ ਹੋਆ ਜਹਨ। ਮੁਸਲਮਾਨਾਂ ਨੂੰ ਗੁੱਸੇ 'ਚ ਚੇਤਾ ਹੀ ਭੁੱਲ ਗਿਆ ਸੀ ਕਿ ਉਹਨਾਂ ਦੀ ਨਮਾਜ਼ ਦਾ ਸਮਾਂ, ਤੇ ਨਮਾਜ਼ ਵੇਲੇ ਉੱਚੀ ਬਾਂਗ ਦਿੰਦੇ ਆ। ਤੇ ਉੱਥੇ ਫਿਰ ਸ਼੍ਰੀ ਗੁਰੂ ਜੀ ਨੇ ਉੱਚੀ ਆਵਾਜ਼ਾਂ ਦਿੱਤਾ, ਦਿੱਤੀ ਬਾਂਗ ਨਵਾਜ ਕਰ। ਜਿਵੇਂ ਨਮਾਜ਼ ਪੜ੍ਹਦੇ ਆ ਨਾ ਉਹ, ਇਉਂ ਸਤਿਗੁਰੂ ਜੀ ਨੇ ਨਮਾਜ਼ ਦੇ ਜਿਹੜਾ ਸੀ ਨਾ ਉਹ ਲੈ ਵਿੱਚ ਸਤਿਗੁਰੂ ਜੀ ਨੇ ਆਵਾਜ਼ ਦਿੱਤੀ। ਉਹ ਤਾਂ ਆਪਣੇ ਦਿੰਦੇ ਹੋਣਗੇ ਬਾਂਗ ਦੀ ਜਿਹੜੀ ਆ ਉਹ ਬੋਲ, ਨਮਾਜ਼ ਜਦੋਂ ਟਾਈਮ ਹੁੰਦਾ ਨਮਾਜ਼ ਦਾ। ਸ਼੍ਰੀ ਗੁਰੂ ਜੀ ਨੇ ਸਭ ਤੋਂ ਪਹਿਲਾਂ ਜਦੋਂ ਇਹ ਬੋਲ ਆਪਣੇ ਮੁਖ ਤੋਂ ਕਹੇ, ਉਹ ਬਗਦਾਦ ਦੀ ਧਰਤੀ ਤੇ ਮਹਾਰਾਜ ਨੇ ਉਸ ਪਹਾੜੀ ਦੇ ਉੱਪਰ ਕਹੇ, ਗੁਰਬਰ ਅਕਾਲ, ਸਤਿ ਸ੍ਰੀ ਅਕਾਲ। ਇਹ ਬਚਨ ਮਹਾਰਾਜ ਨੇ ਸਤਿ ਸ੍ਰੀ ਅਕਾਲ ਦੇ, ਇਹ ਪੁਰਾਤਨ ਸਿੱਖ ਜਿਹੜੇ ਆ ਨਾ, ਇਹ ਨਾਰਾ ਜਕਾਰਾ ਲਾਉਂਦੇ ਹੁੰਦੇ ਸੀ, ਹੁਣ ਨਹੀਂ ਲਾਉਂਦਾ ਕੋਈ ਵੀ। ਇਹ ਲਾਉਣਾ ਚਾਹੀਦਾ। ਇਸ ਜਕਾਰੇ ਵਿੱਚ ਹੈ ਗੁਰ ਬਰ ਅਕਾਲ, ਕਿ ਗੁਰੂ ਬਰਾਬਰ ਹੈ ਅਕਾਲ ਪੁਰਖ ਦੇ। ਸਤਿ ਸ੍ਰੀ ਅਕਾਲ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਗਦਾਦ ਦੀ ਧਰਤੀ ਤੇ ਸਤਿਗੁਰਾਂ ਜੀ ਨੇ ਪਹਿਲੀ ਵਾਰੀ ਜਕਾਰਾ ਲਾਇਆ। ਤੇ ਜਦੋਂ ਜਕਾਰਾ ਲਾਇਆ ਤੇ ਭਾਈ ਸਾਹਿਬ ਲਿਖਦੇ ਆ, ਸੁਨ ਸਮਾਨ ਹੋਆ ਜਹਨ। ਸੁਨ ਵਰਤ ਗਈ 4 ਛੁਫੇਰੇ। ਤੇ ਕੀ ਕਹਿੰਦੇ? ਕਹਿੰਦੇ ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਇਹ ਸੁਨ ਮੁਨ ਸ਼ਬਦ ਦੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਬਹੁਤ ਵਿਆਖਿਆ ਸੁੰਦਰ ਕੀਤੀ ਹੈ। ਕਹਿੰਦੇ ਜਿਹੜੀ ਸੁਨ ਅਵਸਥਾ ਹੈ, ਅਫੁਰ ਅਵਸਥਾ, ਇਹ ਜੋਗੀਆਂ ਨੂੰ ਬੜੇ ਦੁਸਤਰ ਤਰੀਕੇ ਨਾਲ ਪ੍ਰਾਪਤ ਹੁੰਦੀ ਹੈ। ਬੜੀਆਂ ਮਿਹਨਤਾਂ ਲੱਗ ਜਾਂਦੀਆਂ ਨੇ, ਫਿਰ ਅਫੁਰ ਅਵਸਥਾ 'ਚ ਜਾਂਦੇ ਜੋਗੀ। ਪਰ ਸ਼੍ਰੀ ਗੁਰੂ ਜੀ ਦੀ ਇੱਕ ਆਵਾਜ਼ ਦੇ ਨਾਲ ਹੀ ਸਾਰੀ ਬਗਦਾਦ ਨਗਰੀ ਸੁੰਨ ਹੋ ਗਈ। ਬਾਹਰੋਂ ਉਹ ਜੜ ਹੋ ਗਏ ਆ ਸਾਰੇ, ਪਰ ਸਤਿਗੁਰੂ ਜੀ ਨੂੰ ਵੇਖ ਲਓ, ਪੱਥਰ ਮਾਰਨ ਆਏ ਤੇ ਅੰਦਰ ਉਹਨਾਂ ਦੀ ਅਵਸਥਾ ਆਨੰਦਮਈ ਕਰ ਦਿੱਤੀ ਮਹਾਰਾਜ ਨੇ। ਭਾਈ ਵੀਰ ਸਿੰਘ ਸਾਹਿਬ ਨੇ ਸੁੰਨ ਦੀ ਬਹੁਤ ਵਿਆਖਿਆ ਸੁੰਦਰ ਕੀਤੀ ਹੈ ਕਿ ਉਹ ਬਾਹਰੋਂ ਸਾਰੇ ਜੜ ਹੋ ਗਏ, ਭਾਵੇਂ ਜਿੱਥੇ ਬਾਹਾਂ ਰੁਕੀਆਂ ਉੱਥੇ ਰੁਕੀਆਂ ਰਹਿ ਗਈਆਂ, ਤੇ ਪਰ ਅੰਦਰੋਂ ਆਨੰਦ ਦੀ ਅਵਸਥਾ 'ਚ, ਸੁੰਨ ਅਵਸਥਾ 'ਚ ਸਾਰੇ ਚਲੇ ਗਏ। ਕੋਈ ਬੋਲਣ ਦੀ ਸਮਰੱਥਾ ਨਹੀਂ ਕਿਸੇ 'ਚ ਰਹੀ।
ਜੜ ਬਾਹਰੋਂ ਪ੍ਰਤੀਤ ਹੋ ਰਹੇ ਪਰ ਅੰਦਰੋਂ ਆਨੰਦ ਦੇ ਸਹਿਤ ਜੁੜੇ ਸਾਰੇ। ਕੇਵਲ ਇੱਕੋ ਦਸਤਗੀਰ ਪੀਰ ਨਹੀਂ ਸੁੰਨ ਚ ਗਿਆ। ਵੇਖ ਲਓ ਵੀ ਹੁਣ ਹੈਰਾਨੀ ਵਾਲੀ ਗੱਲ ਹੈ, ਜਦੋਂ ਸਾਰੇ ਸੁੰਨ ਵਰਤ ਗਈ, ਸੁੰਨ ਸਮਾਨ ਭਇਆ ਜਹਾਨਾ ਪਹਿਲੀ ਪੰਕਤੀ ਚ ਕਿਹਾ, ਤੇ ਉਹਨੂੰ ਉਪਦੇਸ਼ ਦੇਣਾ ਸੀ ਨਾ, ਇਸ ਕਰਕੇ ਦਸਤਗੀਰ ਪੀਰ ਜਿਹੜਾ ਨਾ ਉਹਦੇ ਵਾਸਤੇ ਕਿਹਾ ਦੇਖ ਪੀਰ ਭਇਆ ਹੈਰਾਨਾ। ਉਹ ਹੈਰਾਨ ਹੋ ਗਿਆ। ਫਿਰ ਉਹਨੇ ਆਪਣੀ ਅਜ਼ਮਤ ਸ਼ਕਤੀ ਵਰਤੀ। ਉਹਨੂੰ ਪਤਾ ਲੱਗ ਗਿਆ ਆਪਣੀ ਅਜ਼ਮਤ ਸ਼ਕਤੀ ਵਰਤ ਕੇ ਕਿ ਇਹ ਜਿਹੜੇ ਫਕੀਰ ਆ ਨਾ ਸਾਹਮਣੇ ਮੇਰੇ ਖਲੋਤੇ, ਇਹ ਬਹੁਤ ਤਾਕਤਵਰ ਵਾ। ਉਹਨੂੰ ਆਪਣੀ ਅਜ਼ਮਤ ਸ਼ਕਤੀ ਨਾਲ ਫਿਰ ਜੋ ਭਾਈ ਸਾਹਿਬ ਨੇ ਗਵਾਹੀ ਦਿੱਤੀ ਹੈ, ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਉਹਨ ਧਿਆਨ ਲਾ ਕੇ ਵੇਖਿਆ ਕਿ ਇਹ ਤਾਂ ਬੜਾ ਮਸਤ ਅੱਲਾ ਦੀ ਮਸਤੀ ਵਾਲਾ ਫਕੀਰ ਹੈ ਕੋਈ, ਇਹਦਾ ਤਾਂ ਬਹੁਤ ਸਰੂਰ ਹੀ ਚਿਹਰੇ ਤੇ ਬੜਾ ਵਾ। ਤੇ ਫਿਰ ਦਸਤਗੀਰ ਨੇ ਨਾ ਮਹਾਰਾਜ ਦੇ ਸਾਹਮਣੇ ਆ ਗਿਆ, ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਪੁੱਛਿਆ, ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸਕਾ ਕਰਹਾਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦਾ, ਮਹਾਰਾਜ ਤੁਸੀਂ ਕੌਣ ਹੋ ਫਕੀਰ ਹੋ, ਤੁਹਾਡਾ ਕਿਹੜਾ ਜਿਹੜਾ ਤੁਹਾਡੀ ਜਿਹੜੀ ਕੁੱਲ ਕਿਹੜੀ ਹੈ, ਤੁਸੀਂ ਕਿਸ ਫਕੀਰੀ ਵੇਸ ਨਾਲ ਸੰਬੰਧਿਤ ਰੱਖਦੇ ਹੋ, ਲਿਬਾਸ ਨਾਲ ਤੁਹਾਡਾ ਵੇਸ ਕਿਹੜਾ ਵਾ, ਇਹ ਕਿਰਪਾ ਕਰਕੇ ਦੱਸੋ। ਤੇ ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਤੇ ਮਹਾਰਾਜ ਜੀ ਨੇ ਆਖਿਆ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ। ਮਹਾਰਾਜ ਕਹਿੰਦੇ ਭਾਈ ਸਾਡਾ ਨਾਮ ਨਾਨਕ ਹੈ, ਕਲਯੁਗ ਦੇ ਵਿੱਚ ਅਸੀਂ ਫਕੀਰੀ ਧਾਰਨ ਕੀਤੀ ਹੈ ਪਰਮੇਸ਼ਰ ਦੇ ਨਾਮ ਦੀ। ਧਰਤ ਆਕਾਸ਼ ਚਾਹੂੰ ਦਿਸ ਜਾਣਾ। ਮਹਾਰਾਜ ਕਹਿੰਦੇ ਅਸੀਂ ਧਰਤ ਆਕਾਸ਼ ਚਾਰ ਸਫੇਰੇ ਪਰਮੇਸ਼ਰ ਨੂੰ ਜਾਣਦੇ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾ ਜਿਹੜਾ ਹੈ ਇਹ ਦਸਤਗੀਰ ਪੀਰ ਨੂੰ ਜਦੋਂ ਆਖਿਆ, ਤੇ ਮਹਾਰਾਜ ਦਾ ਨਾਮ ਬਹੁਤ ਪ੍ਰਸਿੱਧ ਸੀ। ਸਤਿਗੁਰੂ ਜੀ ਦਾ ਨਾਮ ਸੁਣ ਕੇ ਦਸਤਗੀਰ ਪੀਰ ਨੇ ਫਿਰ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਨੇ ਸ਼ਰ੍ਹਾ ਕਿਉਂ ਤੋੜੀ ਹੈ, ਰਾਗ ਕਿਉਂ ਅਲਾਪਿਆ। ਸਾਡਾ ਇੱਥੇ ਜਿਹੜੀ ਹੈ ਸ਼ਰ੍ਹਾ ਬਗਦਾਦ ਵਿੱਚ ਮੁਸਲਮਾਨਾਂ ਦਾ ਗੜ੍ਹ ਵਾ, ਤੇ ਤੁਹਾਨੂੰ ਇੱਥੇ ਆ ਕੇ ਸ਼ਰ੍ਹਾ ਨਹੀਂ ਸੀ ਤੋੜਨੀ ਚਾਹੀਦੀ। ਸਤਿਗੁਰੂ ਗਰੀਬ ਨਵਾਜ ਕਹਿੰਦੇ ਨੇ, ਦਸਤਗੀਰ ਪੀਰ ਇਹ ਰਾਗ ਨਾਲ ਸ਼ਰ੍ਹਾ ਕਿਵੇਂ ਟੁੱਟਦੀ ਹੈ। ਕਹਿੰਦਾ ਮਹਾਰਾਜ ਰਾਗ ਜਿਹੜਾ ਇਹਦੇ ਪੜਨ ਨਾਲ ਚਿੱਤ ਚੰਚਲ ਹੋ ਜਾਂਦਾ ਹੈ, ਅਸ਼ਲੀਲ ਹੋ ਜਾਂਦਾ ਮਨ। ਸਤਿਗੁਰੂ ਜੀ ਕਹਿੰਦੇ ਇਹ ਤਾਂ ਹੋ ਨਹੀਂ ਸਕਦਾ, ਰਾਗ ਦੇ ਪੜਨ ਕਰਕੇ ਚਿੱਤ ਚੰਚਲ ਹੁੰਦਾ। ਸਾਡਾ ਮੰਨਣਾ ਹੈ ਕਿ ਰਾਗ ਦੇ ਪੜਨ ਨਾਲ ਚਿੱਤ ਚੰਚਲ ਵੀ ਟਿਕ ਜਾਂਦਾ ਹੈ। ਉਹ ਕਹਿੰਦਾ ਮਹਾਰਾਜ ਸਾਡੀ ਸ਼ਰ੍ਹਾ ਚ ਤੇ ਉਹ ਮੰਨਿਆ ਜਾਂਦਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਰਾਗ ਇੱਕ ਸ਼ਬਦ ਵਾ, ਆਵਾਜ਼ ਹੀ ਹੈ ਨਾ ਰਾਗ। ਤੇ ਸਤਿਗੁਰੂ ਜੀ ਕਹਿੰਦੇ ਆ ਕਿ ਸੋਨੇ ਦਾ ਬਰਤਨ ਹੋਵੇ ਦਸਤਗੀਰ ਪੀਰ, ਤੇ ਉਸ ਸੋਨੇ ਦੇ ਬਰਤਨ ਵਿੱਚ ਪਾ ਕੇ ਕੋਈ ਜ਼ਹਿਰ ਪੀ ਲੇ ਤੇ ਸੋਨੇ ਦੇ ਬਰਤਨ ਦਾ ਕਸੂਰ ਹੈ ਕਿ ਜ਼ਹਿਰ ਦਾ ਕਸੂਰ ਹੈ। ਕਹਿੰਦਾ ਜੀ ਜ਼ਹਿਰ ਦਾ ਕਸੂਰ ਹੈ। ਮਹਾਰਾਜ ਕਹਿੰਦੇ ਫਿਰ ਬਰਤਨ ਦਾ ਤੇ ਕੋਈ ਕਸੂਰ ਨਾ ਹੋਇਆ। ਕਹਿੰਦਾ ਨਹੀਂ ਜੀ। ਮਹਾਰਾਜ ਕਹਿੰਦੇ ਜੋ ਉਹਦੇ ਚ ਸੋਨੇ ਦੇ ਅੰਮ੍ਰਿਤ ਪਾ ਕੇ ਪੀ ਲੇ ਬਰਤਨ ਚ, ਤੇ ਫਿਰ ਉਹ ਅਮਰ ਹੋ ਜਾਏਗਾ। ਤੇ ਫਾਇਦਾ ਕਿਹਦਾ ਹੋਇਆ, ਅੰਮ੍ਰਿਤ ਦਾ ਹੋਇਆ ਨਾ, ਬਰਤਨ ਦਾ ਤੇ ਕੋਈ ਦੋਸ਼ ਨਹੀਂ ਨਾ ਦੋਵਾਂ ਗੱਲਾਂ ਚ। ਕਹਿੰਦਾ ਨਹੀਂ ਜੀ। ਮਹਾਰਾਜ ਕਹਿੰਦੇ ਰਾਗ ਸੋਨੇ ਦੇ ਬਰਤਨ ਵਾਂਗੂ ਹੈ। ਜੇ ਕੋਈ ਰਾਗ ਰੂਪੀ ਸੋਨੇ ਦੇ ਬਰਤਨ ਚ ਅਸ਼ਲੀਲ ਗੀਤ, ਗੰਦੇ ਗੀਤ ਪਾ ਕੇ ਗਾਵੇ, ਜਿਹਦੇ ਨਾਲ ਆਤਮਕ ਮੌਤ ਹੋ ਜਾਂਦੀ ਹੈ, ਤੇ ਜੇ ਪੀਊਗਾ ਰਾਗ ਵਿੱਚ ਪਾ ਕੇ ਗੰਦੇ ਗੀਤ ਭਾਵ ਕੰਨਾਂ ਰਾਹੀਂ ਸੁਣੂਗਾ, ਉਹਦੇ ਅੰਦਰ ਜਾਣਗੇ ਤੇ ਨਿਸ਼ਚੇਵਾਚਕ ਉਹ ਮਰੇਗਾ, ਉਹਦੇ ਚੰਚਲ ਹੋ ਜਾਣਗੇ ਮਨ ਇੰਦਰੇ ਸਾਰੇ। ਪਰ ਜੇ ਇਸ ਰਾਗ ਰੂਪੀ ਬਰਤਨ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਪਾ ਕੇ, ਉਹਦੀ ਉਸਤਤ ਪਾ ਕੇ ਇਹ ਅੰਮ੍ਰਿਤ ਪੀਵੇਗਾ ਤੇ ਅਮਰ ਹੋ ਜਾਏਗਾ। ਦਸਤਗੀਰ ਪੀਰ ਬਹੁਤ ਹੈਰਾਨ ਹੋਇਆ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕੱਲਾ ਅਸੀਂ ਰਾਗ ਨਹੀਂ ਅਲਾਪ ਰਹੇ, ਕੁਦਰਤ ਰਾਗ ਅਲਾਪ ਰਹੀ ਹੈ। ਕਹਿਣ ਲੱਗਾ ਮਹਾਰਾਜ ਉਹ ਕਿਵੇਂ। ਸਤਿਗੁਰੂ ਜੀ ਨੇ ਨਾ ਚੱਲਦੀ ਹਵਾ ਜਿਹੜੀ ਕਾਹੀ ਦੇ ਸਰਕੜਿਆਂ ਨੂੰ, ਇਹ ਭਾਈ ਵੀਰ ਸਿੰਘ ਸਾਹਿਬ ਨੇ ਬਹੁਤ ਸੁੰਦਰ ਲਿਖਿਆ। ਕਹਿੰਦੇ ਕਾਹੀ ਦੇ ਸਰਕੜਿਆਂ ਨੂੰ ਹਵਾ ਲੱਗ ਕੇ ਜਿਹੜੀ ਚੱਲ ਰਹੀ ਸੀ, ਉਹਦੇ ਵਿੱਚੋਂ ਮਹਾਰਾਜ ਨੇ ਸ੍ਰੀ ਰਾਗ ਦੀ ਆਵਾਜ਼ ਸੁਣਾਤੀ ਸੱਚੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਫਿਰ ਤੁਸੀਂ ਕਹੋਗੇ ਦਸਤਗੀਰ ਪੀਰ ਹਵਾ ਵੀ ਸ਼ਰ੍ਹਾ ਤੋਂ ਉਲਟ ਚੱਲ ਰਹੀ ਹੈ, ਇਹ ਤਾਂ ਅੱਲਾ ਦੀ ਨਿਆਮਤ ਹੈ। ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਫਿਰ ਕਹਿਣ ਲੱਗਾ ਮਹਾਰਾਜ ਮੈਨੂੰ ਇਹ ਸੋਝੀ ਨਹੀਂ ਹੈ। ਤੇ ਫਿਰ ਕਹਿਣ ਲੱਗਾ ਕਿ ਮਹਾਰਾਜ ਤੁਸੀਂ
ਇੱਕ ਹੋਰ ਸਾਡੀ ਸ਼ਰ੍ਹਾ ਤੋਂ ਉਲਟ ਦੱਸ ਰਹੇ ਹੋ। ਸਾਡੇ ਮੁਹੰਮਦ ਸਾਹਿਬ ਨੇ 14 ਕਹੇ ਆ, 7 ਪਤਾਲ ਤੇ 7 ਆਕਾਸ਼ ਕਹੇ ਆ, ਤੁਸੀਂ ਮਹਾਰਾਜ ਲੱਖਾਂ ਹੀ ਦੱਸ ਰਹੇ ਹੋ। ਮੁਹੰਮਦ ਸਾਹਿਬ ਫਿਰ ਗਲਤ ਹੈ ਕਿ ਜਾਂ ਤੁਸੀਂ ਗਲਤ ਹੋ? ਮਹਾਰਾਜ ਕਹਿੰਦੇ ਤੁਹਾਡਾ ਮੁਹੰਮਦ ਸਾਹਿਬ ਵੀ ਠੀਕ ਹੈ ਤੇ ਅਸੀਂ ਵੀ ਗਲਤ ਨਹੀਂ ਕਿਹਾ। ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਵੀ ਅੱਲਾ ਨੇ ਜਿੰਨੇ ਉਹਨਾਂ ਨੂੰ ਦਿਖਾਏ ਉਹਨਾਂ ਨੇ ਵੇਖ ਕੇ ਕਿਹਾ, ਤੇ ਸਾਨੂੰ ਜਿੰਨੇ ਨਿਰੰਕਾਰ ਦਿਖਾ ਰਿਹਾ ਅਸੀਂ ਵੇਖ ਕੇ ਕਹਿ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਫਿਰ ਵੀ ਓੜਕ ਅੰਤ ਨਹੀਂ ਆਉਂਦਾ ਹੈ, ਅਖੀਰ ਨਹੀਂ ਆਉਂਦਾ ਹੈ। ਤੇ ਭਾਲਦਿਆਂ ਭਾਲਦਿਆਂ ਸਾਰੇ ਥੱਕ ਗਏ ਆ। ਸਾਰੇ ਧਾਰਮਿਕ ਗ੍ਰੰਥ ਵੀ ਜਿਹੜੇ ਆ ਇੱਕੋ ਗੱਲ ਹੀ ਕਹਿ ਰਹੇ ਆ ਕਿ ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ, ਅਨੰਤ ਹੈ, ਅਨੰਤ ਹੈ, ਉਹਨੂੰ ਜਾਣਿਆ ਨਹੀਂ ਜਾ ਸਕਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਪਤਾਲਾਂ ਤੇ ਆਕਾਸ਼ਾਂ ਦੀ ਜਿਹੜੀ ਗਿਣਤੀ ਹੈ ਨਾ, ਇਹ ਅਖੀਰ ਨਹੀਂ ਆ ਰਿਹਾ। ਉਹ ਫਿਰ ਦਸਤਗੀਰ ਪੀਰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਜਿਹੜਾ ਹੈ ਉਹ ਕਿਵੇਂ ਪਤਾ ਲੱਗੇ, ਮੈਨੂੰ ਭਰੋਸਾ ਕਿਵੇਂ ਆਵੇ, ਤੇ ਕਿਰਪਾ ਕਰਕੇ ਮੈਨੂੰ ਮਹਾਰਾਜ ਦੱਸੋ। ਮਹਾਰਾਜ ਕਹਿੰਦੇ ਜੇ ਦੇਖਣਾ ਚਾਹੁੰਦਾ ਦਿਖਾ ਦਿੰਨੇ। ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਬਿਰਧ ਹੋ ਗਿਆ ਤੇ ਮੇਰੇ ਨਾ ਪੁੱਤਰ ਨੂੰ ਆਪ ਕਿਰਪਾ ਕਰਕੇ ਵਿਖਾ ਦਿਓ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਮੈਂ ਆਪਣੇ ਪੁੱਤਰ ਜੋ ਇਹ ਮੈਨੂੰ ਆ ਕੇ ਦੱਸੇਗਾ ਮੈਂ ਇਹਦੇ ਤੇ ਯਕੀਨ ਕਰ ਲਾਂਗਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਨਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਸਤਿਗੁਰੂ ਜੀ ਨੇ ਨਾ ਪੀਰ ਦਸਤਗੀਰ ਪੀਰ ਦੇ ਪੁੱਤਰ ਦਾ ਹੱਥ ਫੜ ਲਿਆ ਤੇ ਉਹਨੂੰ ਕੀ ਮਹਿਸੂਸ ਹੋਇਆ? ਮਹਾਰਾਜ ਨੇ ਕਿਹਾ ਅੱਖਾਂ ਬੰਦ ਕਰ ਲੈ। ਉਹਨੂੰ ਇਉਂ ਲੱਗਾ ਕਿ ਗੁਰੂ ਸਾਹਿਬ ਮੈਨੂੰ ਆਕਾਸ਼ ਨੂੰ ਲੈ ਕੇ ਤੇ ਉੱਤੇ ਆ ਗਏ ਆ। ਅੱਖੀਂ ਮੀਟ ਗਿਆ ਹਵਾਈ, ਹਵਾ ਵਿੱਚ ਅੱਖਾਂ ਮੀਟੀਆਂ ਕਿ ਹਵਾ ਵਿੱਚ ਲੈ ਕੇ ਮਹਾਰਾਜ ਉਸ ਨੂੰ ਚਲੇ ਗਏ। ਤੇ ਜਿਹੜੀ ਅਗਲੀ ਪੰਕਤੀ ਭਾਈ ਗੁਰਦਾਸ ਸਾਹਿਬ ਨੇ ਕਹੀ ਹੈ ਨਾ, ਉਹ ਸਾਡੀ ਸਮਝ ਤੋਂ ਬੁੱਧੀ ਤੋਂ ਪਰੇ ਹੈ, ਵਿਸਮਾਦ ਹੈ। ਕਿਉਂਕਿ ਭਾਈ ਸਾਹਿਬ ਜੀ ਨੇ ਕਿਹਾ ਕਿ ਲੱਖ ਪਤਾਲਾਂ ਲੱਖ ਆਕਾਸ਼, ਅੱਖ ਫੁਰਕ ਵਿੱਚ ਸਭ ਦਿਖਲਾਈ। ਜਿਹੜਾ ਸੀ ਨਾ ਅੱਖ ਦੇ ਫੁੜਕਣ ਦੇ ਸਮੇਂ ਵਿੱਚ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਜਿਹੜੇ ਸੀ ਨਾ, ਉਹ ਲੱਖ ਆਕਾਸ਼ ਪਾਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਸਾਰੇ ਦਿਖਾਤੇ ਅੱਖ ਦੇ ਖੋਲਣ ਤੇ ਬੰਦ ਕਰਨ ਦੇ ਸਮੇਂ। ਇਹਨੂੰ ਨਿਮਖ ਸਮਾਂ ਕਹਿੰਦੇ ਆ। ਅੱਖ ਖੋਲਣ ਤੇ ਬੰਦ ਕਰਨ ਦਾ ਸਮੇਂ ਵਿੱਚ ਆਪਾਂ 5 ਦੀ 10 ਦੀ ਗਿਣਤੀ ਨਹੀਂ ਪੂਰੀ ਕਰ ਸਕਦੇ। ਤੇ ਗੁਰੂ ਸਾਹਿਬ ਨੇ ਲੱਖਾਂ ਹੀ ਪਤਾਲ ਤੇ ਆਕਾਸ਼ ਦਿਖਾਤੇ ਤੇ ਪੀਰ ਦੇ ਪੁੱਤਰ ਨੂੰ ਇਉਂ ਲੱਗਾ ਕਿ ਬਹੁਤ ਸਮਾਂ ਬੀਤ ਗਿਆ ਤੇ ਹੁਣ ਆਪਾਂ ਧਰਤੀ ਤੇ ਚੱਲੀਏ। ਜਿੱਥੇ ਜਿੱਥੇ ਵੀ ਗਏ ਨਾ, ਅੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਸੀ, ਦੀਵਾਨ ਸਜੇ ਸੀ, ਸੰਗਤਾਂ ਅਰਦਾਸ ਕਰਦੀਆਂ ਸੀ, ਕਿਤੇ ਕੜਾਹ ਪ੍ਰਸ਼ਾਦ ਵਰਤ ਰਿਹਾ ਸੀ। ਤੇ ਪੀਰ ਦੇ ਬੇਟੇ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਭਈ ਆਪਣੇ ਪਿਤਾ ਨੂੰ ਦਿਖਾਉਣ ਲਈ ਨਾ ਨਿਸ਼ਾਨੀ ਲੈ ਚੱਲ ਕੋਈ। ਤਾਂ ਉਸਨੇ ਥਾਂ ਥਾਂ ਤੋਂ ਕਿਨਕਾ ਕਿਨਕਾ ਵਰਤਾਰੇ ਦਾ ਲੈ ਕੇ ਨਾ ਇਕੱਠਾ ਕਰ ਲਿਆ ਕੜਾਹ ਪ੍ਰਸ਼ਾਦ, ਜਿਹੜਾ ਕੌਲ ਸੀ ਉਹ ਭਰ ਲਿਆ। ਤੇ ਭਾਈ ਸਾਹਿਬ ਨੇ ਲਿਖਿਆ, ਭਾਰ ਕਚ ਕੌਲ ਪ੍ਰਸ਼ਾਦ ਦਾ, ਧਰੋਂ ਪਤਾਲੋਂ ਲਈ ਕੜਾਹੀ। ਉਹਨੇ ਨਾ ਪਤਾਲਾਂ ਤੋਂ ਜਿੱਥੇ ਜਿੱਥੇ ਆਕਾਸ਼ਾਂ 'ਚ ਮਹਾਰਾਜ ਲੈ ਕੇ ਗਏ ਸੀ, ਅੱਖ ਦੇ ਫੁਰਕਣ ਵਿੱਚ ਦਿਖਾ ਕੇ ਪੀਰ ਦੇ ਪਾਸ ਆ ਗਏ। ਉਸੇ ਵੇਲੇ ਅੱਖ ਫੁਰਕਣ ਦਾ ਸਮਾਂ ਹੀ ਤੇ ਮਹਾਰਾਜ ਨੇ ਹੱਥ ਛੱਡਤਾ ਤੇ ਉਹਨੂੰ ਲੱਗਾ ਕਿ ਪਤਾ ਨਹੀਂ ਕਿੰਨੇ ਕੁ ਸਮਾਂ ਬੀਤ ਗਿਆ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਵੇਖੋ ਉਹ ਕਚ ਕੌਲ ਜਿਹੜਾ ਸੰਸਾਰ ਦੇ ਪੱਧਰ ਤੇ ਜ਼ਿੰਦਗੀ ਜਿਉਂਦਾ, ਕੇਵਲ ਇਸ ਸੰਸਾਰ ਨੂੰ, ਪਦਾਰਥਵਾਦੀ ਸੰਸਾਰ ਨੂੰ ਪਿਆਰ ਕਰਦਾ ਹੈ, ਅਧਿਆਤਮਕ ਸ਼ਕਤੀ ਹੈ ਨਹੀਂ ਕੋਲ ਉਹਦੇ, ਜਾਂ ਉਹ ਕੁਝ ਵੀ ਇਹੋ ਜਿਹੀ ਸੋਚ ਤੋਂ ਅਸਮਰੱਥ ਹੈ, ਤੇ ਉਹ ਕਦੇ ਨਹੀਂ ਮੰਨ ਸਕਦਾ ਕਿ ਉਹ ਕੌਲ ਜਿਹੜਾ ਸੀ ਉਹ ਪ੍ਰਤੱਖ ਕਿਵੇਂ ਲੈ ਆਂਦਾ। ਤੇ ਅੱਖ ਤੇ ਖੋਲਣ ਦੇ ਬੰਦ ਕਰਨ 'ਚ 10 ਨਹੀਂ ਗਿਣੇ ਜਾਂਦੇ, ਲੱਖ ਤੇ ਲੱਖਾਂ ਪਤਾਲ ਆਕਾਸ਼ ਕਿਵੇਂ ਦਿਖਾ ਦਿੱਤੇ। ਨਹੀਂ ਮਨੁੱਖ ਮੰਨ ਸਕਦਾ ਜਿਹੜਾ ਬੁੱਧੀ ਦੇ ਤਲ ਤੇ ਜਿਉਂਦਾ। ਪਰ ਗੁਰੂ ਸਾਹਿਬ ਵਿੱਚ ਸ਼ਕਤੀ ਹੈ, ਮਹਾਰਾਜ ਸਮਰੱਥ ਨੇ। ਫਿਰ ਜਦੋਂ ਆਪਾਂ ਇਦਾਂ ਕਹਿ ਕੇ ਇਕੱਲੀ ਗੱਲ ਕਰੀਏ ਨਾ, ਫਿਰ ਕਹਿੰਦੇ ਨਹੀਂ ਜੀ ਇਹ ਕੇਵਲ ਸ਼ਰਧਾ ਨਾਲ ਹੀ ਕਹੀ ਜਾਂਦੇ ਆ, ਇਹ ਅਣਹੋਈਆਂ ਗੱਲਾਂ ਕਰਦੇ ਆ। ਫਿਰ ਭਾਈ ਗੁਰਦਾਸ ਸਾਹਿਬ ਜੀ ਅਣਹੋਈਆਂ ਗੱਲਾਂ ਕਰਦੇ ਆ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਨਵਾਜਿਆ ਹੋਏ।
इस बाणी दे उत्ते वारां दी जिहड़ी बाणी है भाई गुरदास जी दी मोहर लगी है धन गुरु अर्जन देव सच्चे पातशाह जी महाराज दी। इस करके भाई गुरदास साहब ने जो कहा वो सच्चियां गवाहियां दित्तियां ने। ते गुरु महाराज धन गुरु नानक साहब जी की वडियाई लिखदियां सिफत लिखदियां भाई गुरदास साहब ने लिखिया गढ़ बगदाद नवायक है मक्का मदीना आन नवाया। सब जी ने सतगुरु जी ने सारे झुकाते सीगे। ये महाराज जी ने फिर उत्थे निशानी दिखाई सीगी गरीब नवाज सच्चे पातशाह ने ਜਿਹੜੇ ਕਹਿੰਦੇ ਸ਼ਕਤੀ ਨਹੀਂ ਹੈ ਜਾਂ ਇਹ ਸਾਖੀਆਂ ਝੂਠੀਆਂ ਨੇ। ਇਹਨਾਂ ਸਾਖੀਆਂ ਦੀ ਗਵਾਹੀ ਭਾਈ ਗੁਰਦਾਸ ਸਾਹਿਬ ਜੀ ਦੇ ਰਹੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ। ਜਦੋਂ ਦਸਤਗੀਰ ਦੇ ਪੁੱਤਰ ਨੂੰ ਸਤਿਗੁਰੂ ਜੀ ਨੇ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜਿਹੜੇ ਆ ਸਤਿਗੁਰੂ ਜੀ ਨੇ ਦਿਖਾਉਣਾ ਕੀਤੇ ਤੇ ਉਹਨ ਬੇਨਤੀ ਕੀਤੀ ਮਹਾਰਾਜ ਮੈਂ ਥੱਕ ਗਿਆ ਮੈਨੂੰ ਵਾਪਸ ਲੈ ਚਲੋ ਹੁਣ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਸਾਰਾ ਕੌਤਕ ਅੱਖ ਦੇ ਫੁਰਨ ਚ ਦਿਖਾਤਾ ਤੇ ਹੱਥ ਛੱਡਿਆ ਤੇ ਉੱਥੇ ਕਚਕੌਲ ਪੜਿਆ ਆਪਣੇ ਪਿਤਾ ਨੂੰ ਵਿਖਾਇਆ ਵੀ ਵੇਖ ਆ ਕਿਣਕਾ ਲਿਆ ਜਿਹੜੀਆਂ ਥਾਵਾਂ ਤੋਂ ਗਏ ਤੇ ਬਾਟਾ ਭਰ ਗਿਆ ਹੀ ਤੇ ਮੈਂ ਆਪ ਬੇਨਤੀ ਕਰਕੇ ਵਾਪਸ ਕਰਕੇ ਲੈ ਆਇਆ ਇਹਨਾਂ ਨੂੰ ਤੇ ਅਜੇ ਹੋਰ ਮੁੱਕਦੇ ਹੀ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇਹ ਵਾਹਿਗੁਰੂ ਦੀ ਜਿਹੜੀ ਰਚਨਾ ਹੈ ਨਾ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਲੱਖ ਵਾਚਕ ਹੈ ਅਣਗਿਣਤ ਦਾ। ਪਤਾਲਾਂ ਪਤਾਲ ਵੀ ਪਤਾਲਾਂ ਤੋਂ ਅੱਗੇ ਪਤਾਲ ਅਣਗਿਣਤ ਹਨ ਤੇ ਆਕਾਸ਼ਾਂ ਤੋਂ ਅੱਗੇ ਆਕਾਸ਼ ਗਿਣਤ ਹਨ। ਜਿਹੜੇ 7 ਪਤਾਲ ਤੇ 7 ਆਕਾਸ਼ ਕਹੇ ਜਾਂਦੇ ਨੇ ਉਹਨਾਂ ਦੀ ਗਿਣਤੀ ਵੀ ਦੱਸੀ ਜਾਂਦੀ ਹੈ। ਉਹ ਇਸ ਬ੍ਰਹਿਮੰਡ ਦੇ ਦੱਸੇ ਜਾਂਦੇ ਆ ਤੇ ਹੁਣ ਬ੍ਰਹਿਮੰਡ ਹੀ ਪਤਾ ਨਹੀਂ ਕਿੰਨੇ ਕਾ। ਹੁਣ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ। ਕਹਿੰਦੇ ਸਾਇੰਸ ਨੂੰ ਇੱਕ ਗਲੈਕਸੀ ਮਿਲੀ ਹੈ ਉਸ ਗਲੈਕਸੀ ਵਿੱਚ ਇਹੋ ਜਿਹੇ ਪਤਾ ਨਹੀਂ ਕਿੰਨੇ ਹੀ ਕਰੋੜਾਂ ਹੀ ਬ੍ਰਹਿਮੰਡ ਆ ਉਹ ਵੇਖ ਕੇ ਹੈਰਾਨ ਹੋ ਗਏ। ਤੇ ਫਿਰ ਉਹਨਾਂ ਨੂੰ ਇਹ ਵੀ ਲੱਭਿਆ ਕਹਿੰਦੇ ਗਲੈਕਸੀਆਂ ਵੀ ਕਰੋੜਾਂ ਹੀ ਨੇ ਕੀ ਅੰਤ ਪਾ ਲਓਗੇ। ਇਸ ਕਰਕੇ ਮਹਾਰਾਜ ਕਹਿੰਦੇ ਓੜਕ ਭਾਲ ਥੱਕੇ ਲੱਭ ਕੇ ਉਹ ਅੰਤ ਨਹੀਂ ਪਾ ਸਕੇ। ਜਿਹੜੇ ਭਾਲਦੇ ਆ ਨਾ ਉਹਨਾਂ ਨੂੰ ਓੜਕ ਅਖੀਰ ਨਹੀਂ ਮਿਲਿਆ ਓੜਕ ਅੰਤ ਨਹੀਂ ਮਿਲਿਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਥੱਕ ਗਏ ਆ। ਨਾ ਆਕਾਸ਼ੀ ਜੀਵਾਂ ਦਾ ਕੋਈ ਅੰਤ ਹੈ ਨਾ ਪਤਾਲ ਦੇ ਜੀਵਾਂ ਦਾ ਕੋਈ ਅੰਤ ਹੈ। ਤੇ ਵੇਦ ਕਹਿਣ ਇੱਕ ਬਾਤ ਜਿਹੜੇ ਵੇਦ ਹੈ ਜਾਂ ਧਾਰਮਿਕ ਹੋਰ ਗ੍ਰੰਥ ਹਨ ਉਹ ਇੱਕੋ ਹੀ ਬਾਤ ਜਿਹੜੀ ਗੱਲ ਹੈ ਨਾ ਮੂੰਹ ਤੋਂ ਬਾਤ ਦਾ ਅਰਥ ਹੈ ਗੱਲ। ਉਹ ਇੱਕੋ ਹੀ ਗੱਲ ਮੂੰਹ ਤੋਂ ਕਹਿੰਦੇ ਆ ਕਿ ਪਰਮੇਸ਼ਰ ਬੇਅੰਤ ਹੈ ਇਸ ਦੀ ਰਚਨਾ ਦਾ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਹੁਣ ਬਹੁਤ ਹੋਰ ਸਾਖੀਆਂ ਆਉਂਦੀਆਂ ਨੇ ਜਿਹੜੀਆਂ ਇਹ ਜ਼ਿਕਰ ਆਉਂਦਾ ਜਿਨ੍ਹਾਂ 'ਚ ਵੀ ਪਤਾਲ ਤੇ ਆਕਾਸ਼ ਜਿਹੜੇ ਆ ਉਹ ਗਿਣੇ ਨਹੀਂ ਜਾ ਸਕਦੇ। ਕਈ ਕੁਰਾਨ ਸ਼ਰੀਫ ਦੀ ਤਵਾਰੀਖ ਨਾਲ ਵੀ ਹਵਾਲੇ ਦਿੱਤੇ ਜਾਂਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਉਪਦੇਸ਼ ਕਿ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਨਹੀਂ ਆਉਂਦੀ। ਸਹਿਸ 18 ਕਹਿਨ ਕਤੇਬਾ 18,000 ਆਲਮ ਵਿਦਵਾਨ ਮੁਸਲਮਾਨਾਂ ਨੇ ਆਪਣੇ ਮਤ ਵਿੱਚ ਮੰਨੇ ਹੋਏ ਆ। 18,000 ਆਲਮ ਵਿਦਵਾਨ ਜਿਹੜੇ ਹਨ ਜਿਹੜੇ ਇਹ ਵਿਦਵਾਨ ਹਨ ਇਹ ਜਿਹੜੇ ਆ ਉਹ ਜ਼ਿਕਰ ਕਰਦੇ ਆ ਉਹ ਵੀ ਪਰਮੇਸ਼ਰ ਨੂੰ ਇਸੇ ਪ੍ਰਕਾਰ ਹੀ ਕਹਿੰਦੇ ਆ। ਜ਼ਿਕਰ ਕਰਦੇ ਹੋਏ ਕੀ ਕਹਿੰਦੇ ਆ ਬੇਅੰਤ ਕਰਕੇ ਕਹਿੰਦੇ ਹਨ। ਤੇ ਕਿਤਾਬਾਂ ਜਿਹੜੀਆਂ ਮੁਸਲਮਾਨਾਂ ਦੀਆਂ ਜੰਬੂਰ ਕਰਤਾ ਹਜ਼ਰਤ ਦਾਊਦ ਸਾਹਿਬ ਜਿਹੜੇ ਆ ਤੇ ਤੁਰੇਤ ਜਿਹੜੀ ਆ ਕਰਤਾ ਉਹਨਾਂ ਦੇ ਹੈਗੇ ਹਜ਼ਰਤ ਮੂਸਾ ਸਾਹਿਬ ਹੈਗੇ ਆ। ਯਹੂਦੀਆਂ ਦੀ ਅੰਜੀਰ ਆ ਈਸਾਈਆਂ ਦੀ ਜਿਹੜੀ ਉਹਦੇ ਕਰਤਾ ਹਜ਼ਰਤ ਈਸਾ ਸਾਹਿਬ ਆ ਅਤੇ ਕੁਰਾਨ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਆ। ਇਹ ਚਾਰੇ ਕਿਤਾਬਾਂ ਵੀ ਉਸ ਪਰਮੇਸ਼ਰ ਨੂੰ ਬੇਅੰਤ ਕਰਕੇ ਕਹਿੰਦੀਆਂ ਹਨ। ਹਾਂਜੀ ਸਹਿਸ 18 ਹੈ ਜਿਹੜੇ 18,000 ਉਹਨਾਂ ਦੇ ਆਲਮ ਫਾਜ਼ਲ ਵਿਦਵਾਨ ਮੰਨੇ ਆ ਮੁਸਲਮਾਨਾਂ ਦੇ ਤੇ ਉਹ ਵੀ ਪਰਮੇਸ਼ਰ ਨੂੰ ਅੱਲਾ ਨੂੰ ਕਹਿੰਦੇ ਆ ਉਹ ਬੇਅੰਤ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂਜੀ ਤੇ ਫਿਰ ਕਹਿਨ ਕਿਤਾਬਾਂ ਜਿਹੜੀਆਂ 4 ਕਿਤਾਬਾਂ ਹਨ ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨੂੰ ਬੇਅੰਤ ਕਰਕੇ ਕਥਨ ਕਰਦੀਆਂ ਹਨ। ਤੇ ਸਹਿਸ 1000 ਮੂੰਹ ਵਾਲਾ ਜਿਹੜਾ ਉਹ ਕੌਣ ਹੈ ਸ਼ੇਸ਼ਨਾਗ
ਹਜ਼ਾਰਾਂ ਹੀ ਰਿਸ਼ੀ ਮੁਨੀ, 18 ਪ੍ਰਾਣ, 18 ਦਾ ਅਰਥ ਉਧਰ ਪ੍ਰਾਣ ਵੱਲ ਨੂੰ ਵੀ ਲੱਗ ਜਾਂਦਾ, 18 ਪ੍ਰਾਣ ਅਤੇ 18 ਪਰਬਾਂ ਵਾਲਾ ਮਹਾਂਭਾਰਤ ਜਿਹੜਾ ਗ੍ਰੰਥ ਹੈ, 18 ਗੋਤਾਂ ਵੀ ਜਿਹੜੀਆਂ ਹਨ, ਅਤੇ ਕਿਤਾਬਾਂ, ਸਿਮਰਤੀਆਂ ਆਦਿਕ ਸਾਰੇ ਹੀ ਪਰਮੇਸ਼ਰ ਨੂੰ ਬੇਅੰਤ ਕਰਕੇ ਕਥਨ ਕਰਦੇ ਆ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸਲੂ ਇੱਕ ਧਾਤ, ਅਸਲ ਵਿੱਚ ਇੱਕੋ ਇੱਕ ਪਰਮੇਸ਼ਰ ਹੀ ਹੈ। ਜੋ ਕੁਝ ਪ੍ਰਤੀਤ ਹੋ ਰਿਹਾ ਹੈ ਧਾਤ ਮਾਇਆ ਹੀ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਜੋ ਪ੍ਰਤੀਤ ਹੋ ਰਿਹਾ ਨਾ, ਧਾਤ ਧਾ ਜਾਣ ਵਾਲਾ ਹੈ। ਜਿਵੇਂ ਘੋੜੇ ਦਾ ਇੱਕ ਲੂੰ ਹੁੰਦਾ ਹੈ, ਇਉਂ ਮਾਇਆ ਉਸ ਦੇ ਵਿੱਚ ਅਸ ਘੋੜੇ ਦੇ ਇੱਕ ਲੂੰ ਦੀ ਨਿਆਈ ਹੈ, ਥੋੜੀ ਜਿਹੀ ਅੰਸ਼ ਵਿੱਚ ਗ੍ਰਹਿਣ ਕੀਤੀ ਹੋਈ, ਉਹ ਵੀ ਕਲਪਤ ਸੰਬੰਧ ਰੂਪ ਵਿੱਚ। ਵਾਸਤਵ ਵਿੱਚ ਉਹ ਪਰਮੇਸ਼ਰ ਹੀ ਇੱਕ ਹੈ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਇਹ ਸਾਰਾ ਕੁਝ ਜੋ ਕੁਝ ਪ੍ਰਤੀਤ ਹੋ ਰਿਹਾ ਨਾ, ਇਹ ਨਾਸ਼ਵੰਤ ਹੈ, ਖਤਮ ਹੋ ਜਾਣ ਵਾਲਾ ਹੈ। ਆਪ ਹੀ ਇਕੱਲਾ ਇੱਕੋ ਇੱਕ ਸਥਿਰ ਰਹਿਣ ਵਾਲਾ ਹੈ। ਇਹ ਮਾਇਕੀ ਪ੍ਰਭਾਵ ਕਰਕੇ ਸਾਰਾ ਕੁਝ ਦਿਸ ਰਿਹਾ ਹੈ। ਮਾਇਆ ਦੇ ਪ੍ਰਭਾਵ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਨਜ਼ਰ ਆ ਰਿਹਾ ਹੈ, ਪਰ ਹੈ ਸਾਰਾ ਹੀ ਆਕਾਰ ਜਿਹੜਾ ਹੈ ਨਾ, ਉਹ ਨਸ਼ਟ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ। ਇੱਕੋ ਇੱਕ ਉਹ ਆਪ ਸਦਾ ਰਹਿਣ ਵਾਲਾ ਹੈ। ਤੇ ਕਹਿਣ ਲੱਗੇ ਮਹਾਰਾਜ, ਜੇ ਲਿਖ ਕੇ ਹੀ ਹਿਸਾਬ ਕਿਤਾਬ, ਤਾਂ ਕੀ ਕਹਿੰਦੇ ਜੇ ਲਿਖ ਕੇ ਹੀ ਆਪਾਂ ਹਿਸਾਬ ਕਿਤਾਬ ਕਰ ਸਕਦੇ ਹੋ, ਜਿੱਦਾਂ ਮਹਾਰਾਜ ਨੇ ਪਿੱਛੇ ਕਿਹਾ ਸੀ ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਇਸ ਪੌੜੀ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਆ, ਪਿੱਛੇ ਵੀ ਉਹ ਜ਼ਿਕਰ ਆਇਆ ਸੀਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਲੇਖਾ ਹੋਏ ਤਾਂ ਲਿਖੀਏ। ਇਹ ਸਿੱਧੋ ਜੇ ਉਸ ਵਾਹਿਗੁਰੂ ਦਾ ਲੇਖਾ ਹਿਸਾਬ ਕਿਤਾਬ ਹੋ ਸਕੇ ਤਾਂ ਲਿਖੀਏ, ਲਿਖ ਕੇ ਤੁਹਾਨੂੰ ਦੱਸਣਾ ਕਰੀਏ। ਲੇਖੇ 'ਚ ਹੈ ਹੀ ਨਹੀਂ, ਕਿਉਂਕਿ ਉਹ ਪੁੱਛਦੇ ਮਹਾਰਾਜ ਅਕਸਰ 'ਚ ਕਿੰਨੇ ਕੁ ਹੋਊਗੇ, ਫਿਰ ਵੀ ਗਿਣਤੀ ਦੱਸੋ, ਤੁਸੀਂ ਤਾਂ ਵੇਖ ਸਕਦੇ ਹੋ। ਮਹਾਰਾਜ ਕਹਿੰਦੇ ਲੇਖੇ 'ਚ ਆ ਹੀ ਨਹੀਂ ਰਿਹਾ ਸਾਰਾ ਕੁਝ। ਜੇ ਲੇਖਾ ਹੋ ਸਕਦਾ ਹੁੰਦਾ ਤਾਂ ਮਹਾਰਾਜ ਕਹਿੰਦੇ ਲਿਖ ਕੇ ਭਾਈ ਕੋਈ ਵੀ ਦੱਸ ਦਿੰਦਾ। ਲੇਖਾ ਹੋ ਹੀ ਨਹੀਂ ਰਿਹਾ, ਇਸ ਚੀਜ਼ ਦਾ ਹਿਸਾਬ ਕਿਤਾਬ ਆ ਹੀ ਨਹੀਂ ਰਿਹਾ। ਲੇਖਾ ਹੋਏ ਤਾਂ ਲਿਖੀ ਹੈ। ਜੇ ਲੇਖਾ ਹੋ ਸਕਦਾ ਹੁੰਦਾ ਤੇ ਤੁਹਾਨੂੰ ਸਾਧੂ ਜਿਹੜੇ ਸਿੱਧੋ ਅਸੀਂ ਲਿਖ ਕੇ ਦੱਸ ਦੇਣਾ ਕਰਦੇ। ਕਹਿੰਦੇ ਮਹਾਰਾਜ ਕਿਸੇ ਲੇਖਾ ਕੀਤਾ ਨਹੀਂ ਹੋਣਾ। ਫਿਰ ਮਹਾਰਾਜ ਕਹਿੰਦੇ ਲੇਖਾ ਹੋਏ ਵਿਨਾਸ਼, ਜਿਹੜਾ ਇਹ ਲੇਖਾ ਕਰਨ ਲੱਗੇ ਨਾ, ਉਸ ਦੀ ਉਮਰ ਵਿੱਚ ਹੀ ਪੂਰੀ ਹੋ ਜਾਂਦੀ ਹੈ, ਉਸ ਦਾ ਵਿਨਾਸ਼ ਨਾਸ਼ ਹੋ ਜਾਂਦਾ ਹੈ। ਪਰਮੇਸ਼ਰ ਦੀ ਕੁਦਰਤ ਦਾ ਅੰਤ ਕਿਸੇ ਪਾਸੋਂ ਪਾਇਆ ਨਹੀਂ ਜਾਂਦਾ। ਲੇਖਾ ਹਿਸਾਬ ਦਾ ਆਪਣਾ ਹੀ ਵਿਨਾਸ਼ ਹੋ ਜਾਂਦਾ ਹੈ, ਭਾਵ ਮੁੱਕ ਜਾਂਦਾ ਹੈ। ਲੇਖਾ ਨਹੀਂ ਕੀਤਾ ਜਾ ਸਕਦਾ। ਜਿਵੇਂ ਇਹ ਮੈਂ ਸੁਣਿਆ, ਤੁਹਾਨੂੰ ਵੀ ਇਸ ਸੰਬੰਧ ਵਿੱਚ ਸ਼ਾਇਦ ਪਤਾ ਹੋਊਗਾ, ਨਹੀਂ ਤੇ ਨੈਟ ਤੇ ਸਰਚ ਮਾਰ ਲਿਓ। ਕਹਿੰਦੇ ਆ ਜਿਹੜੇ ਸਾਇੰਸ ਨੇ ਬੜੀਆਂ ਖੋਜਾਂ ਕੀਤੀਆਂ ਨੇ ਤੇ ਕਈ ਤਰ੍ਹਾਂ ਦੇ ਇਹਨਾਂ ਨੂੰ ਜਿਹੜੇ ਆ ਉਹ ਧਰਤੀਆਂ ਤੇ ਜਿਹੜੇ ਉਹ ਹੈਗੇ ਆ ਉਹ ਲੱਭੇ ਹੈਗੇ ਆ ਥਾਂ, ਪਰ ਕਿਸੇ ਵੀ ਥਾਂ ਤੇ ਇਹਨਾਂ ਨੂੰ ਪਾਣੀ ਨਹੀਂ ਲੱਭਾ, ਜਿਸ ਕਰਕੇ ਕਿ ਮਨੁੱਖੀ ਜਨ ਜੀਵਨ ਉੱਥੇ ਜਾ ਸਕੇ। ਤੇ ਪਰ ਹੁਣ ਇਹਨਾਂ ਕੋਲ ਜੋ ਇਹਨਾਂ ਦੀ ਨੈਟ ਤੇ ਜਾਣਕਾਰੀ ਉਹਦੇ ਮੁਤਾਬਕ ਦੱਸ ਰਿਹਾ ਮੈਂ। ਹੁਣ ਮੈਨੂੰ ਬੱਚਿਆਂ ਨੇ ਪੜ੍ਹ ਕੇ ਦੱਸਿਆ ਸੀ ਤੇ ਇਹਨਾਂ ਨੇ ਕਹਿੰਦੇ ਆ ਕਿ ਜਿਹੜੇ ਬਹੁਤ ਇਹਨਾਂ ਕੋਲ ਦੂਰ ਦੇਖ ਲੈਣ ਵਾਲੇ ਜਿਹੜੇ ਲੈਂਜ ਵਾ, ਉਹਨਾਂ ਨਾਲ ਵੇਖਣ ਨੂੰ ਵੀ ਬੜਾ ਸਮਾਂ ਲੱਗ ਜਾਂਦਾ। ਤੇ ਪਰ ਸਰਚਾਂ ਜਿੱਦਾਂ ਆਪਣੀਆਂ ਕਰਦੇ ਰਹਿੰਦੇ ਆ, ਫਿਰ ਉਹ ਉੱਤੇ ਪਾਉਂਦੇ ਰਹਿੰਦੇ ਆ। ਹਾਂਜੀ, ਇਹਨਾਂ ਨੂੰ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਉਹ ਦੂਰੀ ਹੈ 600 ਲਾਈਟ ਈਅਰ ਦੂਰ। ਲਾਈਟ ਈਅਰ ਤਾਂ ਕਹਿੰਦੇ ਆ ਕਿ ਕਹਿੰਦੇ ਲਾਈਟ ਨੂੰ ਜਾਣ ਲੱਗਿਆਂ ਇੰਨਾ ਸਮਾਂ ਲੱਗ ਜਾਂਦਾ ਹੈ। ਤੇ ਸੂਰਜ ਦੀ ਜਿਹੜੀ ਕਿਰਨ ਹੈ ਉਹ ਕਹਿੰਦੇ ਆ ਕਿ ਕਿੰਨੇ ਹਜ਼ਾਰ ਮੀਲਾਂ ਜਿਹੜੇ ਆ ਨਾ 1 ਸੈਕਿੰਡ 'ਚ ਸਫ਼ਰ ਤੈਅ ਕਰ ਲੈਂਦੀ ਹੈ। ਤੇ 600 ਲਾਈਟ ਈਅਰ ਦੂਰ ਹੈ ਜਿਹੜਾ, ਉੱਥੇ
ਇਹਨਾਂ ਨੇ ਕਹਿੰਦੇ ਆ ਲੰਝਾਂ ਨਾਲ ਪਾਣੀ ਵੇਖ ਲਿਆ, ਤੇ ਜਿਹੜਾ ਇੰਨੀ ਦੂਰ ਹੈ, ਕਹਿੰਦੇ ਮਨੁੱਖ ਕੋਲ ਕੋਈ ਇਹੋ ਜਿਹਾ ਜੰਤਰ ਹੀ ਨਹੀਂ ਕਿ ਉੱਥੇ ਜਾ ਸਕੇ। ਜਿਹਨੂੰ 600 ਸਾਲ ਰੋਸ਼ਨੀ ਨੂੰ ਕਹਿੰਦੇ ਉੱਥੇ ਜਾਣ ਲੱਗਿਆ ਲੱਗ ਜਾਏਗਾ। ਪਤਾ ਨਹੀਂ ਹੁਣ ਇਹਨਾਂ ਕਿੱਦਾਂ ਲੰਝਾਂ ਨਾਲ ਕਿੱਦਾਂ ਵੇਖ ਲਿਆ, ਪਰ ਇਹ ਜਾਣਕਾਰੀ ਹੈ ਉੱਥੇ ਪਈ। ਤੇ ਚਲੋ ਮੰਨ ਲਓ ਜੇ ਵੇਖ ਲਿਆ, ਦਾਵਾ ਕਰਦੇ ਆ ਪਾਣੀ ਹੈਗਾ, ਪਰ ਨਾਲ ਹੀ ਇਹ ਦੱਸ ਵੀ ਆਪ ਹੀ ਦੱਸ ਰਹੇ ਵੀ ਉੱਥੇ ਜਾ ਹੀ ਨਹੀਂ ਸਕਦਾ ਮਨੁੱਖ। ਕਿਹੜੇ ਰਾਕਟ ਤੇ ਜਾਣਗੇ? ਤੇ ਜੇ ਮਤਲਬ ਵੀ ਮੰਨ ਲਓ ਜਾਣਗੇ ਵੀ ਤੇ ਮਨੁੱਖ ਦੀ ਉਮਰ 100 ਸਾਲ ਹੈ, ਉਹ ਤਾਂ ਰਾਹ 'ਚ ਹੀ ਪੂਰੇ ਹੋ ਜਾਣਗੇ, ਉੱਥੇ ਚੜ੍ਹਾਈ ਕਰ ਜਾਣਗੇ। ਉਹਨਾਂ ਨੂੰ ਕਿੰਨੇ 100 ਸਾਲ ਲੱਗੇਗਾ ਉੱਥੇ ਜਾਣ ਨੂੰ। ਤੇ ਮਨੁੱਖ ਜਿਹੜਾ ਨਾ ਬਹੁਤ ਛੋਟੀ ਜੀ ਗੱਲ ਹੈ। ਕਈ ਸਾਇੰਸ ਦੀ ਖੋਜ ਕਰਦੇ ਕਰਦੇ ਉਹ ਪਰਮੇਸ਼ਰ ਦੀ ਕੁਦਰਤ ਨਾਲ ਜੁੜਦੇ, ਉਹਨਾਂ ਨੂੰ ਹਾਲਾਂਕਿ ਨਾਮ ਦਾ ਨਹੀਂ ਪਤਾ, ਫਿਰ ਗੁਰੂ ਮਹਾਰਾਜ ਦੀ ਸਿੱਖੀ ਬਾਰੇ ਨਹੀਂ ਪਤਾ, ਪਰ ਫਿਰ ਵੀ ਖੋਜ ਕਰਦੇ ਕਰਦੇ ਲੱਭ ਲੈਂਦੇ ਆ। ਹੁਣ ਤਾਂ ਕਹਿੰਦੇ ਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ, ਤੇ ਜਾਣਕਾਰ ਦੱਸਦੇ ਆ ਕਿ ਉੱਥੋਂ ਇਹ ਸੇਧਾਂ ਲੈਂਦੇ ਆ। ਇਹਨਾਂ ਨੂੰ ਇਹ ਚੀਜ਼ਾਂ ਹੌਲੀ ਹੌਲੀ ਲੱਭ ਰਹੀਆਂ, ਪਤਾ ਲੱਗ ਰਹੀਆਂ, ਪਰ ਸਾਰਾ ਕੁਛ ਇਹਨਾਂ ਦੀ ਪਹੁੰਚ ਵਿੱਚ ਥੋੜ੍ਹਾ ਹੈ। ਸਾਰਾ ਕੁਛ ਹੀ ਪਹੁੰਚ ਤੋਂ ਪਰਾਂ ਹੈ। ਸਿਰਫ ਜਿਹੜਾ ਕੁਝ ਇਹਨਾਂ ਨੂੰ ਆ ਲੱਭਿਆ, ਕਿੰਨੀਆਂ ਸਹੂਲਤਾਂ ਲੱਭੀਆਂ ਨੇ ਭਾਵੇਂ, ਪਰ ਫਿਰ ਵੀ ਜਿਹੜੇ ਕੋਈ ਸਹੀ ਰੂਪ 'ਚ ਜਾਣਕਾਰ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਬਹੁਤ ਅਨੰਤ ਭੰਡਾਰ ਹੈ ਸ਼ਕਤੀਆਂ ਦਾ, ਤੇ ਬਹੁਤ ਥੋੜਾ ਕੁਛ ਹੀ ਪਤਾ ਅਜੇ ਸਾਇੰਸ ਨੂੰ, ਬਹੁਤ ਥੋੜਾ ਕੁਛ। ਤੇ ਜਿਹੜੇ ਗੁਰਮਤ ਨੂੰ ਸਾਇੰਸ ਅਨੁਸਾਰ ਟਿਕਾਉਂਦੇ ਆ, ਉਹ ਭਾਈ ਉਹ ਤੇ ਐਵੇਂ ਜਿਵੇਂ ਕਿਸੇ ਆਕਾਸ਼ ਨੂੰ ਕੁੱਜੇ 'ਚ ਪਾਉਣਾ, ਜਾਂ ਮਤਲਬ ਕਿ ਕਿਸੇ ਸਮੁੰਦਰ ਨੂੰ ਕੁੱਜੇ 'ਚ ਪਾਉਣਾ। ਗੁਰਮਤ ਤੋਂ ਤੇ ਸਾਇੰਸ ਸੇਧ ਲੈਂਦੀ ਆ, ਤੇ ਉਹ ਸਾਇੰਸ ਦੇ ਅਨੁਸਾਰ ਗੁਰਮਤ ਨੂੰ ਜੇ ਬਣਾਓਗੇ ਤੇ ਫਿਰ ਕਿੱਡੀ ਛੋਟੀ ਗੱਲ ਹੈ। ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਿਹੜੇ ਜਿੰਨੇ ਵੀ ਇਹ ਜਾਣਕਾਰੀ ਦੇਣ ਵਾਲੇ ਆ ਨਾ, ਲਿਖਣ ਵਾਲੇ, ਸਤਿਗੁਰੂ ਜੀ ਕਹਿੰਦੇ ਭਾਈ ਉਹ ਲਿਖਣ ਜੇ ਕੋਈ ਬਹਿ ਜੇ ਕਿ ਮੈਂ ਲਿਖ ਦੂੰਗਾ, ਤੇ ਉਹਦਾ ਆਪਣਾ ਹੀ ਨਾਸ਼ ਹੋ ਜਾਊਗਾ, ਕਿਉਂਕਿ ਉਹ ਆਦੀ ਆਪਣੀ ਮੁਰ ਮੁੱਕ ਜੇਗੀ, ਤੇ ਕੁਦਰਤ ਦਾ ਵੇਰਵਾ ਲਿਖ ਹੀ ਨਹੀਂ ਸਕੇਗਾ। ਕੁਦਰਤ ਦਾ ਕੋਈ ਅੰਤ ਨਹੀਂ ਹੈ, ਤੇ ਉਹ ਮਨੁੱਖ ਦੀ ਤਾਂ ਉਮਰ ਸੀਮਾ 'ਚ ਬੰਨੀ ਹੋਈ ਹੈ ਨਾ। ਤੇ ਇਸ ਕਰਕੇ ਮਨੁੱਖ ਭਾਵੇਂ ਗਾਂਹ ਤੋਂ ਗਾਂਹ ਲਿਖਦੇ ਲਿਖਦੇ, ਕਈਆਂ ਨੇ ਕਿੰਨੇ ਗਿਆਨ ਵਾਸਤੇ ਕਿੰਨੀਆਂ ਕਿਤਾਬਾਂ ਸੰਸਾਰ 'ਚ ਰਚੀਆਂ ਗਈਆਂ ਨੇ, ਤੇ ਅੱਗੇ ਤੋਂ ਹੋਰ ਰਚੀਆਂ ਜਾ ਰਹੀਆਂ ਨੇ। ਕੋਈ ਅੰਤ ਆ ਰਿਹਾ? ਕੋਈ ਅੰਤ ਨਹੀਂ ਕਿਸੇ ਕੋਲ ਆ ਰਿਹਾ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਵੱਡਾ ਆਖੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਵੱਡਾ ਤ੍ਰਈ ਕਾਲ ਆਬਾਦ ਰੂਪ ਹੈ ਇੱਕ ਪਰਮੇਸ਼ਰ, ਉਸਦੇ ਤਾਈਂ ਵੱਡਾ ਬੇਅੰਤ ਬੇਅੰਤ ਆਖੀਏ ਉਚਾਰਨ ਕਰੀਏ ਸਿੱਧੋ, ਉਹ ਪਰਮੇਸ਼ਰ ਹੀ ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਬੋਲ ਕਹੇ ਹਨ। ਇਸ ਕਰਕੇ ਆਪੇ ਜਾਣੇ ਆਪ ਸਿੱਧੋ, ਪਰਮੇਸ਼ਰ ਜਿੱਡਾ ਕੁ ਵੱਡਾ ਹੈ ਨਾ, ਆਪਣੇ ਆਪ ਨੂੰ ਖੁਦ ਆਪ ਹੀ ਜਾਣਦਾ, ਦੂਸਰਾ ਕੋਈ ਉਸ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ। ਇਹ ਨਿਸ਼ਚਾ ਕਰੋ, ਸੁਣ ਵੱਡਾ ਆਖਿਆ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਮਹਾਰਾਜ ਕਹਿੰਦੇ ਭਾਈ ਆਪਣੀ ਰਚਨਾ ਨੂੰ ਉਹ ਆਪ ਹੀ ਜਾਣਦਾ ਹੈ, ਆਪ, ਕੋਈ ਦੂਸਰਾ ਹੋ ਕਰਕੇ ਨਹੀਂ ਜਾਣ ਸਕਦਾ। ਜਿਹੜਾ ਪਰਮੇਸ਼ਰ ਦੇ ਸਰੂਪ ਵਿੱਚ ਸਮਾ ਜਾਂਦਾ, ਸਤਿਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਹੈ ਨਾ, ਉਹਦਾ ਰੂਪ ਹੀ ਹੋ ਜਾਂਦਾ ਫਿਰ। ਇਸ ਕਰਕੇ ਅੰਤ ਨਾ ਅੰਤਾ ਸਦਾ ਬੇਅੰਤਾ, ਉਹ ਪਰਮੇਸ਼ਰ ਸਦਾ ਬੇਅੰਤ ਰੂਪ ਹੈ। ਤੇ ਸੂਖਸ਼ਮ ਰੂਪ 'ਚ ਸਰੂਪ ਦੀ ਪ੍ਰਾਪਤੀ ਵਾਸਤੇ ਸਿੱਖ ਦੇ ਪ੍ਰਥਾਏ ਇਸੇ ਹੀ ਪੌੜੀ ਦੇ ਅਰਥ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ। ਮਹਾਰਾਜ ਕਹਿੰਦੇ ਹੈ ਸਿੱਖ, ਉਹ ਪਰਮੇਸ਼ਰ ਪਤਾਲਾਂ ਅੰਦਰ ਪਾਤਾਲ ਰੂਪ ਹੈ, ਆਕਾਸ਼ਾਂ ਅੰਦਰ ਆਕਾਸ਼ ਰੂਪ ਹੈ, ਉਹ ਵਿਆਪਕ ਹੈ। ਇਸ ਗੱਲ ਨੂੰ ਲਖਣਾ ਕਰ, ਜਾਣਨਾ ਕਰ। ਪਤਾਲ ਜਿਵੇਂ ਨੀਵਾਂ ਹੁੰਦਾ ਹੈ, ਉਹ ਜਿਹੜੇ ਹਿਰਦੇ ਵਿੱਚ ਪਤਾਲ ਦੀ ਨਿਆਈ ਨਿਮਰਤਾ ਗਰੀਬੀ ਧਾਰਦਾ, ਜਿਨ੍ਹਾਂ ਨੂੰ ਗਰੀਬੀ ਨਿਮਰਤਾ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹ ਪਾਤਾਲ ਪਾ ਲੈਂਦੇ ਹਨ। ਉਸ ਦਾ ਤਾਲ ਲੱਖ ਲੈਂਦੇ ਉਹਦੇ ਸਰੂਪ ਨੂੰ।
ਆਗਾਸਾਂ ਆਗਾਸ, ਆਕਾਸ਼ ਦੇ ਅੰਦਰ ਜੋ ਵਿਆਪਕ ਹੈ, ਜੋ ਸਭ ਨੂੰ ਜਿਹੜਾ ਹੈ ਵੇਲ ਦੇਣ ਵਾਲਾ ਚਿਦਾਕਾਸ਼ ਰੂਪ ਬ੍ਰਹਮ ਹੈ, ਚੇਤਨ ਰੂਪ ਹੈ, ਉਸ ਦਾ ਆ ਵਿਸ਼ੇਸ਼ ਕਰਕੇ ਗਾਸ਼ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਆ ਵਿਸ਼ੇਸ਼ ਕਰਕੇ ਗਾਸ਼ ਪ੍ਰਕਾਸ਼, ਉਹਦਾ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਓੜਕ ਓੜਕ ਭਾਲ ਥਕੇ, ਜੇ ਗਿਆਸੂ ਕਹਿਣ ਲੱਗੇ ਮਹਾਰਾਜ ਸਾਹਿਬ ਜੀ, ਸਥੂਲ ਸਰੀਰ ਦੀ ਓੜਕ ਹੱਦ ਜੋ ਹਿਰਨ ਗਰਭ, ਇਹ ਵਿਦਾਂਤ ਹੈਗਾ। ਤੇ ਭਾਵ ਤੁਸੀਂ ਸਮਝ ਲੈਣਾ ਕਿ ਮਹਾਰਾਜ ਜੀ ਇਹਨੂੰ, ਇਸ ਸਰੂਪ ਨੂੰ ਸਰੀਰ ਵਿੱਚ, ਸਥੂਲ ਸਰੀਰ ਵਿੱਚ ਜਿਹੜੇ ਭਾਲਦੇ ਆ, ਭਾਲ ਭਾਲ ਕੇ ਮੇਰੀ ਬਿਰਤੀ ਤਾਂ ਥੱਕ ਗਈ ਹੈ, ਕਿਉਂਕਿ ਸਰੀਰ ਚੋਂ ਮਹਾਰਾਜ ਕਹਿੰਦੇ ਨਾ ਭਾਲੋ, ਇਸ ਮਨ ਦੇ ਵਿੱਚੋਂ ਪਰਮੇਸ਼ਰ ਨੂੰ ਭਾਲੋ, ਲੱਭੋ। ਤਾਂ ਮਹਾਰਾਜ ਮੈਂ ਤਾਂ ਥੱਕ ਗਿਆ। ਸਤਿਗੁਰੂ ਜੀ ਕਹਿੰਦੇ ਵੇਦ ਕਹਿਨ ਇੱਕ ਬਾਤ, ਮਹਾਰਾਜ ਕਹਿੰਦੇ ਵੇਦ ਗਿਆਨ ਦਾ ਬਾਤ ਬਚਨ ਹੈ ਕਿ ਇੱਕੋ ਇੱਕ ਪਰਮੇਸ਼ਰ ਹੀ ਹੈ। ਵੇਦ ਦਾ ਅਰਥ ਹੈ ਗਿਆਨ ਲਾਉਣਾ, ਭਾਵ ਗਿਆਨ ਦੇ ਨਾਲ ਇਹ ਬਚਨ ਸਤਿਗੁਰੂ ਜੀ ਨੇ ਕਿਹਾ ਕਿ ਇੱਕ ਓੰਕਾਰ ਸਰੂਪ ਜਿਹੜਾ ਨਾ ਬ੍ਰਹਮ ਹੀ ਹੈ। ਚਾਰ ਚੁਫੇਰੇ, ਉੱਪਰ ਥੱਲੇ ਸੱਜੇ ਖੱਬੇ ਸਭ ਬ੍ਰਹਮ ਹੀ ਸਮਾਇਆ ਹੋਇਆ ਹੈ। ਇਸ ਗੱਲ ਨੂੰ, ਗਿਆਨ ਦੇ ਬਚਨ ਨੂੰ ਦ੍ਰਿੜ ਕਰਨਾ ਕਰ ਆਪਣੇ ਮਨ ਦੇ ਅੰਦਰ। ਸਹਿਸ 18 ਕਹਿਨ ਕਤੇਬਾ, ਹਜ਼ਾਰਾਂ ਹੀ ਗ੍ਰੰਥ, 18 ਪੁਰਾਣ, 18 ਪਰਬ ਤੇ ਸਿਮਰਤੀਆਂ, ਇਹ ਪਰਮੇਸ਼ਰ ਦੀ ਏਕਤਾ ਦੇ ਜਨਾਉਣ ਵਾਲੇ ਵਾਕ ਕਹਿੰਦੇ ਆ। ਉਹ ਸਾਰੇ ਪਰਮੇਸ਼ਰ ਦੀ ਪ੍ਰਾਪਤੀ ਦੇ ਪ੍ਰਮਾਣਿਕ ਹਨ। ਸਾਰੇ ਗਵਾਹੀ ਦੇ ਰਹੇ ਆ ਕਿ ਪਰਮੇਸ਼ਰ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ। ਅਸਲੂ ਇੱਕ ਧਾਤ, ਅਸਲ ਵਿੱਚ ਇੱਕੋ ਇੱਕ ਪਰਮੇਸ਼ਰ ਹੈ, ਬਾਕੀ ਸਭ ਧਾਤ ਮਾਇਆ ਕਰਕੇ ਜਿਹੜਾ ਪ੍ਰਤੀਤ ਹੋ ਰਿਹਾ। ਨਾਮ ਤੇ ਜਿਹੜਾ ਨਾ ਇੱਕ ਵਜੂਦ ਹੈ, ਮਾਇਆ ਪਰਛਾਈ ਹੈ, ਤੇ ਜਿਹੜੀ ਮਾਇਆ ਇਹ ਧਾ ਜਾਣ ਵਾਲੀ ਹੈ, ਨਾਸ਼ਵੰਤ ਹੈ, ਤੇ ਨਾਮ ਜਿਹੜਾ ਉਹ ਵਜੂਦ ਹੈ, ਸਦਾ ਰਹਿਣ ਵਾਲਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਇੱਕੋ ਇੱਕ ਹੈ ਪਰਮੇਸ਼ਰ ਹੀ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ, ਅਲੰਕਾਰ ਮੇਰੇ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ। ਜਿਹੜਾ ਸੋਨਾ ਹੈ ਨਾ, ਉਹਦੇ ਨੇਕਾਂ ਤਰ੍ਹਾਂ ਦੇ ਰੂਪ ਬਣਾ ਦਿੱਤੇ ਜਾਂਦੇ ਆ ਕਿ ਇਹ ਕਾਂਟੇ ਨੇ, ਇਹ ਛਾਪਾਂ ਨੇ, ਇਹ ਛੱਲੇ ਨੇ, ਇਹ ਮੁੰਦਰੀ ਹੈ, ਹਾਂਜੀ, ਤੇ ਇਹ ਉਹਦੇ ਕੜਾ ਹੱਥ ਦਾ, ਵੱਖਰੇ ਵੱਖਰੇ ਰੂਪ ਧਾਰਨ ਉਹਦੇ ਬਣਾ ਦਿੱਤੇ ਜਾਂਦੇ ਆ। ਪਰ ਉਹਦੀ ਸੱਚਾਈ ਕੀ ਹੈ? ਉਹ ਸੋਨਾ ਹੈ। ਜਿਹੜਾ ਜੌਹਰੀ ਹੈ ਉਹ ਬਾਹਰਲੇ ਰੂਪ ਨਹੀਂ ਵੇਖਦਾ, ਉਹਨੂੰ ਸੋਨਾ ਰੂਪ ਕਰਕੇ ਵੇਖਦਾ। ਤੇ ਜਿਹੜਾ ਬਾਹਰੋਂ ਵੇਖਦਾ ਉਹ ਰੂਪ ਵੇਖਦਾ ਹੈ ਕਿ ਕੜਾ ਹੈ, ਇਹ ਛਾਪ ਹੈ, ਛੱਲਾ ਹੈ। ਇਸ ਤਰ੍ਹਾਂ ਜਿਹੜਾ ਅਗਿਆਨੀ, ਉਹਨੂੰ ਸੰਸਾਰ ਨਾਨਾ ਪ੍ਰਕਾਰ ਦਾ ਦਿਖਾਈ ਦਿੰਦਾ ਹੈ। ਪਰ ਜਿਹਨੂੰ ਗਿਆਨ ਹੋ ਜਾਂਦਾ ਹੈ, ਜਿਹਨੇ ਆਪਣੇ ਅੰਦਰ ਜਿਹੜਾ ਹੈ ਪ੍ਰੇਮ ਦੀ ਜਿਹੜੀ ਹੈ ਕੁਠਾਲੀ ਵਿੱਚ ਪਾ ਕੇ ਆਪਣੇ ਮਨ ਨੂੰ ਢਾਲ ਲਿਆ ਹੈ, ਤੇ ਉਹਨੂੰ ਫਿਰ ਜਿਹੜਾ ਨਾ ਉਹ ਸਾਰੇ ਭਾਵ, ਜਿੱਦਾਂ ਸੋਨਾ ਢਲ ਜੇ ਤੇ ਕੜੇ ਦੀ ਸ਼ਕਲ ਤੇ ਛਾਪ ਦੀ ਸ਼ਕਲ ਸਾਰੀ ਮਿਟ ਕੇ ਸੋਨਾ ਰੂਪ ਹੋ ਜਾਂਦਾ ਨਾ, ਡਲੀ ਰੂਪ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ। ਸਾਰੇ ਗਹਿਣੇ ਜਿਹੜੇ ਆ ਉਹਨਾਂ ਨੂੰ ਇਕੱਠੇ ਕਰਕੇ ਅੱਗ ਤੇ ਚੜਾ ਦਿਓ ਤੇ ਉਹਦੀ ਥੈਲੀ ਇੱਕ ਡਲੀ ਬਣ ਜਾਂਦੀ ਹੈ। ਤੇ ਕੀ ਕਹਿੰਦੇ ਉਹਨੂੰ? ਤਾਤੇ ਕਨਕ ਵਖਾਨੀ, ਉਹਨੂੰ ਸੋਨਾ ਕਹਿੰਦੇ ਸਾਰੇ। ਫਿਰ ਇਸ ਤਰ੍ਹਾਂ ਜਦੋਂ ਪ੍ਰੇਮ ਦੇ ਵਿੱਚ ਢਲ ਜਾਈਏ ਨਾ, ਫਿਰ ਨਾਨਾ ਪ੍ਰਕਾਰ ਦਾ ਸੰਸਾਰ ਨਹੀਂ ਦਿਸਦਾ। ਫਿਰ ਬ੍ਰਹਮ ਦਿਸੈ, ਬ੍ਰਹਮ ਸੁਣੀਏ, ਏਕ ਏਕ ਵਖਾਣੀਏ। ਫਿਰ ਬ੍ਰਹਮ ਦਿਖਾਈ ਦੇਣ ਲੱਗ ਪੈਂਦਾ। ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ। ਇਹ ਸਿੱਖੋ, ਜੇ ਹਿਰਦੇ ਵਿੱਚ ਪ੍ਰੇਮ ਹੋਵੇ ਤਾਂ ਸਤਿਗੁਰੂ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਭਾਵ ਦੀ ਕਲਮ ਬਣਾ ਕੇ, ਸ਼ਰਧਾ ਰੂਪ ਦਵਾਤ ਅਤੇ ਚਿੱਤ ਨੂੰ ਲਿਖਾਰੀ ਬਣਾ ਕੇ ਰਿਦੇ ਰੂਪੀ ਕਾਗਜ਼ ਤੇ ਬ੍ਰਹਮ ਵਿਦਿਆ ਦਾ ਲੇਖ ਜਿਹੜਾ ਨਾ ਉਹ ਲਿਖਣਾ ਚਾਹੀਏ। ਉਹਦੇ ਪਿਆਰ ਦਾ ਲੇਖ ਪਾਉਣਾ ਚਾਹੀਏ। ਲੇਖਾ ਹੋਏ ਵਿਨਾਸ਼, ਫਿਰ ਉਹ ਕੀ ਕਰਦਾ? ਉਹਦਾ ਪਿਆ ਹੋਇਆ ਲੇਖ ਉਹ ਜੰਮਣ ਮਰਨ ਦਾ ਸਾਰਾ ਲੇਖਾ ਜਿਹੜਾ ਨਾ ਉਹਨੂੰ ਨਾਸ਼ ਕਰ ਦਿੰਦਾ ਹੈ। ਫਿਰ ਪਤਾ ਲੱਗ ਜਾਂਦਾ ਹੈ ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਉਹ ਜੰਮਣ ਮਰਨ ਤੋਂ ਬਾਹਰ ਆ ਜਾਂਦੇ ਜਿਹੜੇ ਪਿਆਰ ਦਾ ਲੇਖ ਲਿਖਦੇ ਆ।
ਨਾਨਕ ਵੱਡਾ ਆਖੀਐ। ਸਤਿਗੁਰੂ ਕਹਿੰਦੇ ਤ੍ਰਈ ਕਾਲ ਆਬਾਦ ਰੂਪ ਪਰਮੇਸ਼ਰ ਨੂੰ ਵੱਡਾ ਕਰਕੇ ਕਥਨ ਕਰੀਏ। ਜੋ ਲੱਖਣਾ ਬਿਰਤੀ ਕਰਕੇ ਆਖੀਏ ਆਖਦੇ ਹਨ, ਉਹ ਪਰਮੇਸ਼ਰ ਦੀ ਸਪਰਸ਼ਤਾ ਨੂੰ ਪਾ ਲੈਂਦੇ ਆ। ਸ਼ਕਤੀ ਬਿਰਤੀ ਕਰਕੇ ਕਥਨ ਕਰਨ ਵਾਲੇ ਤਾਂ ਜਿਹੜੇ ਆ ਨਾ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਲੱਖਣਾ ਬਿਰਤੀ ਕਰਕੇ ਆਖਦੇ ਨਾ ਵਾਹਿਗੁਰੂ ਨੂੰ, ਵਾਹਿਗੁਰੂ ਦੇ ਲੱਖਣ ਜਿਵੇਂ ਜਿਵੇਂ ਚੇਤੇ ਕਰਦੇ ਆ, ਉਹ ਨਿਰਭਉ ਹੈ, ਨਿਰਵੈਰ ਹੈ, ਅਜੂਨੀ ਹੈ, ਸਹਿ ਭੰਗ ਹੈ, ਉਹ ਚੇਤੇ ਕਰਦੇ ਆ ਤੇ ਵਾਹਿਗੁਰੂ ਵਿੱਚ ਸਮਾ ਜਾਂਦੇ। ਆਪੇ ਜਾਣੈ ਆਪ, ਆਪੇ ਤਤ ਪਦ ਦਾ ਲੱਖ ਅਰਥ, ਇਹ ਵਿਦਾਂਤ ਹੈ ਤੋਂ ਪਦ ਦਾ ਲੱਖ ਅਰਥ ਜਾਣ ਲੈਂਦੇ ਆ ਕਿ ਮੈਂ ਕੀ ਆ, ਮਾਇਆ ਕੀ ਹੈ, ਪਰਮੇਸ਼ਰ ਕੀ ਹੈ। ਤੇ ਫਿਰ ਮੈਂ ਦੀ ਪਦਵੀ ਨੂੰ ਤਿਆਗ ਕੇ, ਤੂੰ ਦੀ ਪਦਵੀ ਨੂੰ ਤਿਆਗ ਕੇ ਤੇ ਮਾਇਆ ਦੀ ਪਦਵੀ ਨੂੰ ਤਿਆਗ ਕੇ ਇੱਕ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ। ਆਪਣੇ ਆਪੇ ਨੂੰ ਜਾਣ ਲੈਂਦੇ ਆ। ਜੀਵ ਦਾ ਅਵਿਦਿਆ ਦਾ ਵਾਚ ਅਰਥ ਛੱਡ ਕੇ ਸੁੱਧ ਸਰੂਪ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਆਪ ਹੀ ਜਾਣਦੇ ਆ ਕਿ ਅਸੀਂ ਕੀ ਰੂਪ ਹੋ ਗਏ, ਦੂਸਰਾ ਨਹੀਂ ਜਾਣ ਸਕਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਜੋ ਸਿੱਖ ਨੂੰ ਉਪਦੇਸ਼ ਰੂਪ ਵਿੱਚ ਉਹ ਪ੍ਰਕਰਨ ਆਪਾਂ ਸਰਵਣ ਕੀਤਾ ਹੈ, ਤੇ ਸਿੱਧਾਂ ਦੇ ਨਾਲ ਜਿਹੜੇ ਮਹਾਰਾਜ ਦੇ ਪ੍ਰਸ਼ਨ ਉੱਤਰ ਹੈ ਉਹ ਸਰਵਣ ਕੀਤੇ ਆ। ਤੇ ਸੰਖੇਪ ਰੂਪ ਚ ਆਪਾਂ ਇੱਕ ਵਾਰੀ ਹੁਣ ਝਾਤ ਮਾਰ ਕੇ ਫਿਰ ਸਮਾਪਤੀ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਹੇਠਾਂ ਪਤਾਲਾਂ ਤੋਂ ਪਰੇ ਪਤਾਲ ਹਨ, ਹਾਂਜੀ, ਆਕਾਸ਼ਾਂ ਤੋਂ ਪਰੇ ਆਕਾਸ਼ ਹਨ। ਇਹ ਆਕਾਸ਼ ਪਤਾਲ ਲੱਖਾਂ ਹਨ। ਇਹਨਾਂ ਦੇ ਓੜਕ ਅਰਥਾਤ ਅੰਤ ਦੀ ਭਾਲ ਕਰਦੇ ਕਰਦੇ ਓੜਕ ਨੂੰ ਥੱਕ ਗਏ ਭਾਲ ਕਰਨ ਵਾਲੇ। ਵੇਦਾਂ ਨੇ ਇੱਕ ਗੱਲ ਆਖੀ ਜੋ ਚੌਥੀ ਸਤਰ ਵਿੱਚ ਮਹਾਰਾਜ ਸਾਹਿਬ ਦੱਸੀ ਹੈ। ਹਜ਼ਾਰਾਂ ਰਿਸ਼ੀ ਮੁਨੀ, ਉਲਮਾਵ, 18 ਪੁਰਾਣ ਅਤੇ 4 ਕਿਤਾਬਾਂ ਵੀ ਇੱਕੋ ਮੂਲਕ ਗੱਲ ਕਹਿੰਦੀਆਂ ਹਨ ਕਿ ਜੇ ਲੇਖਾ ਹੋ ਸਕੇ ਤਾਂ ਲਿਖ ਦਈਏ। ਉਹ ਪਰਮੇਸ਼ਰ ਦੇ ਹਿਸਾਬ ਕਿਤਾਬ ਦਾ ਜੇ ਲੇਖਾ ਹੋ ਸਕੇ, ਸਾਰੀਆਂ ਕਿਤਾਬਾਂ, ਹਜ਼ਾਰਾਂ ਹੀ ਜਿਹੜੇ ਹਨ ਗ੍ਰੰਥ, 18 ਪੁਰਾਣ, ਉਹ ਕਹਿੰਦੇ ਲੇਖਾ ਹੋਵੇ ਤਾਂ ਲਿਖ ਦਈਏ। ਲੇਖੇ ਕਰਦਿਆਂ ਤਾਂ ਨਾਸ਼ ਹੋ ਜਾਂਦਾ ਹੈ, ਕਿਉਂਕਿ ਜੀਵ ਦੀ ਉਮਰ ਨਹੀਂ ਨਾ ਓਨੀ ਜਿੰਨਾ ਉਹ ਕਹਿ ਦੇਵੇ ਕਿ ਹੁਣ ਮੈਂ ਸਮੱਗਰ ਲਿਖ ਲਿਆ ਹੈ। ਉਹਨਾਂ ਤੈਨੂੰ ਤਾਂ ਉਮਰ ਮੁੱਕ ਜਾਣੀ ਹੈ। ਜੇ ਮੰਨ ਲਓ ਕਿ ਇਸ ਪਾਸੇ ਨੂੰ ਕੋਈ ਸੰਸਥਾ ਲਾ ਦੇਣ ਕਿ ਭਾਈ ਜਦੋਂ ਇਹ ਬੁੱਢਾ ਹੋ ਕੇ ਮਰ ਗਿਆ ਉਦੋਂ ਤੂੰ ਲਿਖਣਾ ਸ਼ੁਰੂ ਕਰ ਦੀ, ਫਿਰ ਉਹ ਬੁੱਢਾ ਹੋ ਕੇ ਮਰ ਗਿਆ ਤੂੰ ਲਿਖਣਾ ਸ਼ੁਰੂ ਕਰ ਦੀ, ਤੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਖੋਜਾਂ ਸਾਰੇ ਦੇਸ਼ ਗੁਪਤ ਰੱਖਦੇ ਆ, ਆਪੋ ਆਪਣਾ ਉਹਨਾਂ ਪ੍ਰਗਟ ਨਹੀਂ ਕਰਦੇ। ਕੀ ਕੁਝ ਨਹੀਂ ਇਹ ਹਿਸਾਬ ਕਿਤਾਬ ਲਾਉਂਦੇ ਹੋਣਗੇ ਕੁਦਰਤ ਦਾ, ਪਰ ਲਾਸ ਨਹੀਂ ਸਕਦੇ। ਮਹਾਰਾਜ ਕਹਿੰਦੇ ਭਾਈ ਉਹ ਖਤਮ ਹੋ ਜਾਣਗੇ। ਦੇਸ਼ਾਂ ਦੇ ਦੇਸ਼ ਬਦਲ ਜਾਂਦੇ ਆ। ਕੋਈ ਤਕਰੀਬਨ 10 ਸਾਲਾਂ ਤੱਕ ਤੇ ਦੇਸ਼ਾਂ ਦੀ ਸੰਸਕ੍ਰਿਤੀ ਬਦਲੀ ਹੁੰਦੀ ਆ, ਹਾਂਜੀ, ਬਹੁਤ ਕੁਛ ਇਹ ਬਦਲਾਵ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਮਰਜ਼ੀ ਕੋਈ ਯਤਨ ਕਰ ਲੇ, ਉਹਦਾ ਆਪਣਾ ਹੀ ਨਾਸ਼ ਹੋ ਜਾਏਗਾ, ਉਹ ਖਤਮ ਹੋ ਜਾਏਗਾ। ਉਹਨੂੰ ਆਖ ਨਹੀਂ ਸਕਦਾ ਪੂਰਨ ਤੌਰ ਤੇ, ਉਹਦੀ ਕੁਦਰਤ ਦਾ ਲੇਖਾ ਨਹੀਂ ਕੋਈ ਲਿਖ ਸਕਦਾ। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਿਧਾਂਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਉਹ ਸਭ ਤੋਂ ਵੱਡਾ ਹੈ ਤੇ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਤਾਂ ਤੇ ਉਸ ਨੂੰ ਵੱਡਾ ਕਹੋ। ਜੋ ਤੁਸੀਂ ਕੀਤੀ ਹੋਈ ਕੋਈ ਜਿਹੜੀ ਹੈ ਨਾ ਚੀਜ਼, ਉਹ ਜਿਹੜੀ ਆ ਉਹ ਪਰਮੇਸ਼ਰ ਦੇ ਬਣਾਏ ਹੋਏ ਦੀ ਬਰਾਬਰੀ ਨਹੀਂ ਕਰ ਸਕਦੇ ਆਪਾਂ। ਜੀਵ ਜਿਹੜਾ ਜੀਵ ਹੈ, ਪਰਮੇਸ਼ਰ ਸਮਰੱਥ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਦੇ ਪਿਆਰ ਦੇ ਵਿੱਚ ਆਪਾਂ ਲਵਲੀਨ ਹੋ ਕਰਕੇ ਕਰਤਾ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਾਂ। ਉਹਦੇ ਨਾਲ ਪ੍ਰੀਤੀ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਕੇ ਆਪਾਂ ਆਨੰਦ ਮਾਣ ਸਕਦੇ ਹਾਂ। ਤੇ ਦੂਜਾ ਹੋ ਕਰਕੇ ਕੋਈ ਪਰਮੇਸ਼ਰ ਦੀ ਰਚਨਾ ਨੂੰ ਨਹੀਂ ਜਾਣ ਸਕਦਾ, ਉਹਦਾ ਥਾਂ ਨਹੀਂ ਪਾ ਸਕਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੀ ਪੌੜੀ ਵਿੱਚ ਗਰੀਬ ਨਵਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਕੱਲ ਨੂੰ ਅੱਗੇ 23ਵੀਂ ਪੌੜੀ ਜਿਹੜੀ ਆ ਉਹ ਆਰੰਭ ਹੋਵੇਗੀ। 22ਵੀਂ ਪੌੜੀ ਦੀ ਕਥਾ ਆਪਾਂ ਸਰਵਣ ਕੀਤੀ ਹੈ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ ਸਰਵਣ ਕਰਾਂਗੇ। ਅੱਜ ਇੱਥੇ ਸਮਾਪਤੀ ਹੈ। 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼,
ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ।